ਜਿਹੜੇ ਆਪਾਂ ਦੇਖਦੇ ਕਿ ਨਿਗਰੋਜ਼ ਦੇਖਦੇ ਆਪਾਂ ਅੱਜ ਕੱਲ੍ਹ ਕਾਫੀ ਇੰਡੀਆ ਦੇ ਵਿੱਚ ਪੰਜਾਬ ਲੈਵਲ ਦੇ ਵਿੱਚ ਫਗਵਾੜਾ ਏਰੀਆ 'ਚ ਵੀ ਕਾਫੀ ਹੋ ਗਏ ਆ ਜਿਹੜੇ ਉਹ ਨਿਗਰੋਜ਼ ਦੀ ਸਕਿਨ ਜਿਹੜੀ ਹੋ ਜਾਂਦੀ ਬਲੈਕ ਹੋ ਜਾਂਦੀ ਡਾਰਕ ਬਰਾਊਨ ਵੀ ਹੋ ਜਾਂਦੀ ਆ ਜੇ ਉਹਨਾਂ ਦੇ ਵਿੱਚ ਮੈਲੈਨਿਨ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਜਿਹੜੇ ਗੋਰੇ ਹੁੰਦੇ ਆ ਅੰਗਰੇਜ਼ ਹੁੰਦੇ ਇਹਨਾਂ 'ਚ ਮੈਲੈਨਿਨ ਬਹੁਤ ਜ਼ਿਆਦਾ ਘੱਟ ਹੁੰਦਾ ਆ ਉਹਨਾਂ ਦੇ ਕਰਕੇ ਉਹਨਾਂ ਦਾ ਵਾਈਟ ਕਲਰ ਬਹੁਤ ਜ਼ਿਆਦਾ ਹੁੰਦਾ ਹੁਣ ਅਸੀਂ ਕੀ ਕਰਦੇ ਆ ਘਰ ਬੈਠੇ ਕਦੀ ਪਪੀਤੇ ਦਾ ਜੂਸ ਲਾ ਲਾ ਕਦੀ ਆਲੂ ਦੇ ਸਲਾਈਸਿਸ ਕੱਟ ਕੇ ਉਹ ਲਾ ਲਾ ਕਦੀ ਖੀਰੇ ਦਾ ਪਾਣੀ ਲਾ ਲਾ ਕਦੀ ਖੀਰੇ ਅੱਖਾਂ ਤੇ ਰੱਖ ਲਾ ਪਰ ਬਲੈਮਿਸ਼ਸ ਦੇ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਨਾ ਦੁੱਧ ਚੰਗਾ ਲੱਗਦਾ ਨਾ ਦਹੀਂ ਚੰਗਾ ਲੱਗਦਾ ਨਾ ਚੰਗੀ ਖੁਰਾਕ ਸੋਹਣੀ ਲੱਗਦੀ ਨਾ ਹੀ ਆਪਾਂ ਡਰਾਈ ਫਰੂਟ ਖਾਣਾ ਨਾ ਹੀ ਬਦਾਮ ਖਾਣੇ ਨਾ ਹੀ ਅਖਰੋਟ ਖਾਣੇ ਨਾ ਹੀ ਕੋਈ ਨਟਸ ਵਗੈਰਾ ਅੱਛਾ ਲੈਣਾ ਨਾ ਹੀ ਬਲੂਬੈਰੀਜ਼ ਲੈਣੀ ਸਵੇਰੇ ਉੱਠ ਕੇ ਚਾਹ ਪਿਲਾ ਦਿਓ ਦੁਪਹਿਰੇ ਚਾਹ ਪਿਲਾ ਦਿਓ ਸ਼ਾਮ ਨੂੰ ਚਾਹ ਪਿਲਾ ਦਿਓ ਚਾਹ ਦਾ ਨਸ਼ਾ 3 ਵਾਰੀ ਕਰਨਾ ਬਟ ਹੈਲਦੀ ਡਾਈਟ ਨਹੀਂ ਲੈਣੀ ਆਪਾਂ ਕੋਈ ਵੀ ਲੇਡੀਜ਼ ਦੇ ਵਿੱਚ ਜਿਹੜਾ ਮੰਥਲੀ ਸਾਈਕਲ ਆਉਣਾ ਬਹੁਤ ਜ਼ਰੂਰੀ ਆ ਸਹੀ ਟਾਈਮ ਤੇ ਆਉਣਾ ਸਹੀ ਤਰ੍ਹਾਂ ਆਉਣਾ ਉਹਨਾਂ ਦੀ ਫਰਟੀਲਿਟੀ ਬੱਚਾ ਪੈਦਾ ਕਰਨ ਦੀ ਸ਼ਮਤਾ ਲਈ ਸਾਈਕਲ ਦਾ ਰੈਗੂਲਰ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਆਪਣੀ ਗਟ ਹੈਲਥ ਵਧੀਆ ਰੱਖੋ ਡਾਈਟ ਵਧੀਆ ਰੱਖੋ ਖਾਣ ਪੀਣ ਸੋਹਣਾ ਰੱਖੋ ਦੁੱਧ ਦਹੀਂ ਹੋਰ ਪਨੀਰ ਇਹ ਆਪਣੀ ਡਾਈਟ ਦੇ ਵਿੱਚ ਵਧਾਓ ਤਾਂ ਕਿ ਤੁਹਾਡੀ ਬੋਡੀ ਬਿਲਕੁਲ ਫਿਟ ਐਂਡ ਫਾਈਨ ਹੋ ਜਾਵੇ ਕਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਨਾ ਆਵੇ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਾਏ ਸੋ ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ ਸੋ ਅੱਜ ਵੀ ਇੱਕ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਜਿਹੜਾ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਨੇ ਚਿਹਰਾ ਜਿਹੜਾ ਹੁੰਦਾ ਨਾ ਸਾਡਾ ਉਹ ਹਮੇਸ਼ਾ ਖੁਸ਼ਹਾਲ ਦਿਖਣਾ ਚਾਹੀਦਾ ਖੂਬਸੂਰਤ ਦਿਖਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਚੰਗੇ ਦਿਖਦੇ ਹੋ ਤਾਂ ਤੁਹਾਡੇ ਅੰਦਰ ਕੌਨਫੀਡੈਂਸ ਲੈਵਲ ਵੀ ਜ਼ਿਆਦਾ ਹੁੰਦਾ ਤੁਸੀਂ ਜ਼ਿੰਦਗੀ ਦੇ ਵਿੱਚ ਜ਼ਿਆਦਾ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਚੀਵ ਕਰ ਸਕਦੇ ਹੋ ਪਰ ਜਦੋਂ ਸਾਡੇ ਚਿਹਰੇ ਦੇ ਉੱਤੇ ਦਾਗ ਧੱਬੇ ਆ ਜਾਣ ਜਾਂ ਪਿਗਮੈਂਟੇਸ਼ਨਸ ਜਿਸ ਨੂੰ ਅਸੀਂ ਜਿਹੜੀ ਛਾਈਆਂ ਵੀ ਕਹਿੰਦੇ ਆ ਉਹ ਅਗਰ ਦਿਖਣੀਆਂ ਸ਼ੁਰੂ ਹੋ ਜਾਣ ਤਾਂ ਸਾਡਾ ਕੌਨਫੀਡੈਂਸ ਲੈਵਲ ਕਾਫੀ ਜ਼ਿਆਦਾ ਘਟ ਜਾਂਦਾ ਔਰ ਹੈਰਾਨੀ ਦੀ ਗੱਲ ਇਹ ਹੈ ਜਾਂ ਕਹਿ ਲਓ ਕਿ ਕੁਦਰਤੀ ਗੱਲ ਹੈ ਕਿ ਇਹ ਪ੍ਰੋਬਲਮ ਜਿਹੜੀ ਹੈ ਉਹ ਆਦਮੀਆਂ ਦੇ ਵਿੱਚ ਘੱਟ ਤੇ ਔਰਤਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਸੋ ਇਸ ਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ ਕਿਵੇਂ ਇਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਕਿਉਂਕਿ ਜਦੋਂ ਚਿਹਰਾ ਸਾਫ਼ ਨਹੀਂ ਦਿਖਦਾ ਹੁੰਦਾ ਤਾਂ ਅਸੀਂ ਕਈ ਤਰ੍ਹਾਂ ਦੇ ਜਿਹੜੇ ਟ੍ਰੀਟਮੈਂਟਸ ਲੈਂਦੇ ਹਾਂ ਕਈ ਤਰ੍ਹਾਂ ਦੇ ਨੁਸਖੇ ਜਿਹੜੇ ਅਪਣਾਉਂਦੇ ਹਾਂ ਪਰ ਅਗਰ ਉਹ ਪ੍ਰੋਬਲਮ ਜਦ ਤੱਕ ਠੀਕ ਨਹੀਂ ਹੁੰਦੀ ਉਦੋਂ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਬੜੀ ਗੁੰਝਲਦਾਰ ਬਣੀ ਰਹਿੰਦੀ ਹੈ ਸੋ ਔਰਤਾਂ ਦੇ ਲਈ ਇਹ ਬਹੁਤ ਹੀ ਇੱਕ ਸ਼ਰਾਪ ਦੀ ਤਰ੍ਹਾਂ ਹੁੰਦੀ ਹੈ ਸੋ ਕਿਵੇਂ ਇਸ ਦੇ ਵਿੱਚੋਂ ਤੁਸੀਂ ਬਾਹਰ ਆ ਸਕਦੇ ਹੋ ਇਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਕਈ ਵਾਰ ਬਹੁਤ ਸਾਰੇ ਟ੍ਰੀਟਮੈਂਟ ਲੈਣ ਦੇ ਨਾਲ ਕੁਝ ਨਵੀਆਂ ਸਕਿਨ ਪ੍ਰੋਬਲਮਸ ਵੀ ਸ਼ੁਰੂ ਹੋ ਜਾਂਦੀਆਂ ਨੇ ਸਾਈਡ ਇਫੈਕਟਸ ਵੀ ਹੋ ਜਾਂਦੇ ਨੇ ਉਹਨਾਂ ਤੋਂ ਵੀ ਕਿਵੇਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੇਵਾਂਗੇ ਸੋ ਇਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਵਰਮਾ ਆਯੁਰਵੇਦ ਤੋਂ ਸਾਡੇ ਨਾਲ ਲਲਿਤ ਵਰਮਾ ਜੀ ਵੈਦ ਲਲਿਤ ਵਰਮਾ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਿਗਮੈਂਟੇਸ਼ਨ ਬਾਰੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਸੋ ਅੱਜ ਅਸੀਂ ਦਰਸ਼ਕਾਂ ਦਾ ਵੀ ਹਾਲ ਚੰਗਾ ਕਰਨਾ ਹੈ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਹੀ ਜ਼ਿਕਰ ਕੀਤਾ ਕਿ ਜਿਹੜੀ ਪਿਗਮੈਂਟੇਸ਼ਨ ਦੀ ਪ੍ਰੋਬਲਮ ਜਦੋਂ ਫੀਮੇਲਸ ਦੇ ਵਿੱਚ ਜ਼ਿਆਦਾ ਹੁੰਦੀ ਹੈ ਸਿੱਧਾ ਕਨੈਕਸ਼ਨ ਸਾਡੇ ਕੌਨਫੀਡੈਂਸ ਦੇ ਨਾਲ ਹੈ ਔਰ ਔਰਤਾਂ ਨੂੰ ਖਾਸ ਤੌਰ ਦੇ ਉੱਤੇ ਇਸ ਗੱਲ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਹੈ ਫਿਰ ਉਹਨੂੰ ਛੁਪਾਉਣ ਦੇ ਲਈ ਉਹ ਕਈ ਤਰ੍ਹਾਂ ਦੀ ਮੇਕਅਪ ਜਾਂ ਫਿਰ ਕਾਸਮੈਟਿਕ ਪ੍ਰੋਡਕਟਸ ਯੂਜ਼ ਕਰਦੇ ਨੇ ਉਹਦੇ ਨਾਲ ਹੋਰ ਪ੍ਰੋਬਲਮਸ ਜਿਹੜੀਆਂ ਨੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੋ ਜਾਂਦੇ ਆ ਕਿਉਂਕਿ ਆਪਣੀ ਸਕਿਨ ਬਹੁਤ ਸੈਂਸਿਟਿਵ ਹੁੰਦੀ ਹੈ ਜਦੋਂ ਵੀ ਆਪਾਂ ਕੋਈ ਟ੍ਰੀਟਮੈਂਟ ਹਾਰਸ਼ ਟ੍ਰੀਟਮੈਂਟ ਲੈਂਦੇ ਆ ਤੇ ਓਵਰ ਸੈਂਸਿਟਿਵਿਟੀ ਕਰਕੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੋ ਜਾਂਦੇ ਆ ਕਿ ਆਪਾਂ ਜਿਹੜੀ ਪ੍ਰੋਬਲਮ ਨੂੰ ਠੀਕ ਕਰਦੇ ਆ ਠੀਕ ਕਰਦੇ ਉਹਨੂੰ ਪਰਮਾਨੈਂਟ ਪ੍ਰੋਬਲਮ ਬਣਾ ਲੈਂਦੇ ਆ ਜਾਂ ਫਿਰ ਨਵੀਆਂ ਪ੍ਰੋਬਲਮਸ ਇਨਵਾਈਟ ਕਰ ਲੈਂਦੇ ਆ ਹੋਰ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕੀ ਆਪਣੇ ਲਈ ਬੈਸਟ ਆ ਤੇ ਕੀ ਆਪਾਂ ਨੂੰ ਖਾਣਾ ਪੀਣਾ ਚਾਹੀਦਾ ਕੀ ਆਪਾਂ ਨੂੰ ਇਹਦੇ ਲਈ ਟ੍ਰੀਟਮੈਂਟ ਕਰਨਾ ਚਾਹੀਦਾ ਕੀ ਆਪਾਂ ਘਰੇਲੂ ਉਪਚਾਰ ਕਰ ਸਕਦੇ ਆ ਤੇ ਕੀ ਆਪਾਂ ਇਹਦੇ ਲਈ ਬੈਸਟ ਤੋਂ ਬੈਸਟ ਟ੍ਰੀਟਮੈਂਟ ਕਿਹੜੇ ਡਾਕਟਰ ਕੋਲ ਲੈ ਸਕਦੇ ਆ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਵੈਦ ਸਾਹਿਬ ਕਿ ਜਿਹੜੀ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ ਇਹ ਇੰਟਰਨਲ ਪ੍ਰੋਬਲਮ ਹੈ ਜਾਂ ਫਿਰ ਇਹ ਉੱਪਰਲੀ ਪ੍ਰੋਬਲਮ ਹੈ ਸਕਿਨ ਦੇ ਉੱਤੋਂ ਦੀ ਦੇਖੋ ਸਾਡੀ ਜਿਹੜੀ ਸਕਿਨ ਆ ਸਾਡੇ ਇੰਡੀਆ ਦੇ ਵਿੱਚ 6 ਕਲਾਈਮੇਟਸ ਆ ਠੀਕ ਆ ਅਸੀਂ ਬਹੁਤ ਬਲੈਸਡ ਹਾਂ ਕਿ 6 ਕਲਾਈਮੇਟਸ ਦੇ ਵਿੱਚ ਸਾਡੀ ਸਕਿਨ ਪ੍ਰੋਪਰ ਚੱਲਦੀ ਆ ਠੀਕ ਆ ਜੀ ਤੁਸੀਂ ਇਹ ਦੇਖੋ ਹੁਣ ਬਰਸਾਤ ਦਾ ਮੌਸਮ ਆ ਜਾਏਗਾ ਅੱਗੇ ਸਰਦੀ ਆ ਜਾਏਗੀ ਡਰਾਈਨੈਸ ਬਹੁਤ ਜ਼ਿਆਦਾ ਆ ਜਾਂਦੀ ਸਕਿਨ ਦੇ ਵਿੱਚ ਤੇ ਮੈਂ ਤੁਹਾਨੂੰ ਹਰ ਇੱਕ ਪੁਆਇੰਟ ਦਾ ਇੱਕ ਇੱਕ ਕਰਕੇ ਸਾਰਾ ਸਮਝਾਉਂਗਾ ਕਿ ਪ੍ਰੋਪਰ ਵੇ ਨਾਲ ਕਿੱਦਾਂ ਹੁੰਦਾ ਬਟ ਪਹਿਲਾਂ ਆਪਾਂ ਦੇਖੀਏ ਕਿ ਪਿਗਮੈਂਟੇਸ਼ਨ ਹੁੰਦੀ ਕਿਉਂ ਆ ਜਿਹਨੂੰ ਆਪਾਂ ਛਾਈਆਂ ਕਹਿ ਦਿੰਦੇ ਨੇ ਬਲੈਮਿਸ਼ਸ ਕਹਿ ਦਿੰਦੇ ਹੁੰਦੀ ਕਿਉਂ ਆ ਸਾਡੇ ਸਕਿਨ ਦੇ ਵਿੱਚ ਕਈ ਤਰ੍ਹਾਂ ਦੇ ਸੈਲਸ ਹੁੰਦੇ ਆ ਜਿਹੜੇ ਸੈਲਸ ਦੇ ਵਿੱਚ ਇੱਕ ਸੈਲ ਹੁੰਦਾ ਮੈਲੈਨੋਸਾਈਟ ਜਿਹੜਾ ਕਿ ਮੈਲੈਨਿਨ ਬਣਾਉਂਦਾ ਆ ਇਹ ਮੈਲੈਨਿਨ ਬਹੁਤ ਜ਼ਿਆਦਾ ਬਣ ਜਾਵੇ ਤੇ ਸਾਡੀ ਸਕਿਨ ਬਹੁਤ ਜ਼ਿਆਦਾ ਡਾਰਕ ਹੋ ਜਾਂਦੀ ਜਿਹੜੇ ਆਪਾਂ ਦੇਖਦੇ ਕਿ ਨਿਗਰੋਜ਼ ਦੇਖਦੇ ਆਪਾਂ ਅੱਜ ਕੱਲ੍ਹ ਕਾਫੀ ਇੰਡੀਆ ਦੇ ਵਿੱਚ ਪੰਜਾਬ ਲੈਵਲ ਦੇ ਵਿੱਚ ਫਗਵਾੜਾ ਏਰੀਆ 'ਚ ਵੀ ਕਾਫੀ ਹੋ ਗਏ ਆ ਜਿਹੜੇ ਉਹ ਨਿਗਰੋਜ਼ ਦੀ ਸਕਿਨ ਜਿਹੜੀ ਹੋ ਜਾਂਦੀ ਬਲੈਕ ਹੋ ਜਾਂਦੀ ਡਾਰਕ ਬਰਾਊਨ ਵੀ ਹੋ ਜਾਂਦੀ ਆ ਜੇ ਉਹਨਾਂ ਦੇ ਵਿੱਚ ਮੈਲੈਨਿਨ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਜਿਹੜੇ ਗੋਰੇ ਹੁੰਦੇ ਆ ਅੰਗਰੇਜ਼ ਹੁੰਦੇ ਇਹਨਾਂ 'ਚ ਮੈਲੈਨਿਨ ਬਹੁਤ ਜ਼ਿਆਦਾ ਘੱਟ ਹੁੰਦਾ ਆ ਉਹਨਾਂ ਦੇ ਕਰਕੇ ਉਹਨਾਂ ਦਾ ਵਾਈਟ ਕਲਰ ਬਹੁਤ ਜ਼ਿਆਦਾ ਹੁੰਦਾ ਹੋਰ ਅਸੀਂ ਬਿਲਕੁਲ
कह दीए कि सेंटर ਦੇ ਵਿੱਚ ਆਨੇ ਆ ਸਾਡੇ ਵਿੱਚ ਮੈਲੈਨਿਨ ਹੁੰਦਾ ਕਈਆਂ ਦੇ ਵਿੱਚ ਮੈਲੈਨਿਨ ਬਹੁਤ ਜ਼ਿਆਦਾ ਸਕ੍ਰੀਟ ਹੁੰਦਾ ਜਿਹਦੇ ਕਰਕੇ ਪਿਗਮੈਂਟੇਸ਼ਨ ਵੱਧ ਜਾਂਦੀ ਆ ਹੋਰ ਆਪਣੇ ਫੇਸ ਦੇ ਉੱਤੇ ਕਈ ਪੁਆਇੰਟਸ ਦੇ ਉੱਤੇ ਜਿੱਦਾਂ ਕਹ ਦਈਏ ਕਿ ਆਪਾਂ ਲਿਪਸ ਦੇ ਉੱਪਰ ਹੋ ਗਿਆ ਫੋਰਹੈਡ ਤੇ ਹੋ ਗਿਆ ਆਈਜ਼ ਦੇ ਨੀਚੇ ਹੋ ਗਿਆ ਚੀਕਸ ਬਾਈਲੇਟਰਲ ਚੀਕਸ ਤੇ ਹੋ ਗਿਆ ਕਈਆਂ ਨੂੰ ਦੇਖਿਆ ਜਾਂਦਾ ਬਲੈਮਿਸ਼ਸ ਹੁੰਦੀ ਆ ਬਟਰਫਲਾਈ ਦੇ ਵਿੱਚ ਬਟਰਫਲਾਈ ਦੇ ਵਿੱਚ ਬਲੈਮਿਸ਼ਸ ਹੋ ਜਾਂਦੀਆਂ ਨਾ ਉਹ ਉਹਨਾਂ ਦੇ ਹਾਰਮੋਨਸ ਚੇਂਜਸ ਕਰਕੇ ਹੁੰਦੀਆਂ ਹੁਣ ਜਿਹੜਾ ਮੈਲੈਨਿਨ ਹੁੰਦਾ ਆ ਮੈਲੈਨੋਸਾਈਟ ਦੇ ਵਿੱਚ ਜਿਹੜੇ ਡਾਰਕ ਆਪਾਂ ਸੈੱਲ ਹੁੰਦੇ ਆ ਇਹ ਬਹੁਤ ਜ਼ਿਆਦਾ ਸਕ੍ਰੀਸ਼ਨਸ ਹੋ ਜਾਂਦੀ ਆ ਹੋਰ ਇਹ ਸਕਿਨ ਦੇ ਵਿੱਚ ਡੀਪਲੀ ਤੇ ਉੱਪਰ ਜਾਂ ਐਪੀਡਰਮਿਸ ਤੇ ਡਰਮਿਸ ਜਾ ਕੇ ਜਮਾ ਹੋ ਜਾਂਦੇ ਆ ਜਿਹੜੇ ਕਿ ਧੱਬੇ ਪੈ ਜਾਂਦੇ ਆ ਜਿਹੜੇ ਬਲੈਕ ਡਾਰਕ ਬਰਾਊਨ ਦੇ ਵਿੱਚ ਜਾਂ ਬਲੈਕ ਕਲਰ ਦੇ ਵਿੱਚ ਸਾਡੇ ਵਾਈਟ ਸਕਿਨ ਦੇ ਵਿੱਚ ਚਮਕਣ ਲੱਗ ਪੈਂਦੇ ਆ ਹੋਰ ਜਦੋਂ ਆਪਾਂ ਕਿਤੇ ਧੁੱਪ ਦੇ ਵਿੱਚ ਜਾਂਦੇ ਆ ਆਪਾਂ ਘਰੋਂ ਬਾਹਰ ਨਿਕਲਦੇ ਆ ਸਵੇਰੇ ਰੈਡੀ ਹੁੰਨੇ ਆ ਧੁੱਪ ਜਦੋਂ ਪੈਂਦੀ ਆ ਤੇ ਹੋਰ ਜ਼ਿਆਦਾ ਉੱਭਰ ਕੇ ਬਾਹਰ ਆਉਂਦੇ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸੋਹਣਾ ਲੱਗਦਾ ਹੋਰ ਚਿਹਰੇ ਦੀ ਬਿਊਟੀ ਮਤਲਬ ਕਿ ਇੱਕ ਲੇਡੀਜ਼ ਦੀ ਜਿਹੜੀ ਬਿਊਟੀ ਆ ਉਹ ਚਿਹਰੇ ਤੋਂ ਆ ਚਿਹਰੇ ਦੀ ਬਿਊਟੀ ਨੂੰ ਖਰਾਬ ਕਰਦੀ ਹੈ ਜੀ ਉਹ ਕੀ ਹੁੰਦਾ ਹੈ ਜਿਹੜਾ ਹਾਰਸ਼ ਅਸੀਂ ਕੀ ਕਰਦੇ ਆ ਕਈ ਤਰ੍ਹਾਂ ਦੀਆਂ ਕਰੀਮਸ ਵਗੈਰਾ ਘਰੋਂ ਯੂਜ਼ ਕਰਦੇ ਆ ਉਹਦੇ ਵਿੱਚ ਕਰੀਮਸ ਦੇ ਵਿੱਚ ਕੀ ਕਰਦੇ ਆ ਆਪਾਂ ਰੰਗ ਗੋਰਾ ਕਰਨ ਦੇ ਨਾਮ ਤੋਂ ਕਈ ਤਰ੍ਹਾਂ ਦੀਆਂ ਕਾਸਮੈਟਿਕਸ ਪ੍ਰੋਡਕਟਸ ਆਪਾਂ ਡੇਲੀ ਯੂਜ਼ ਕਰਨ ਲੱਗ ਪੈਂਦੇ ਆ ਆਪਾਂ ਨੂੰ ਬਿਲਕੁਲ ਨਹੀਂ ਡੇਲੀ ਯੂਜ਼ ਕਰਨੀ ਚਾਹੀਦੀਆਂ ਉੱਤੇ ਲਿਖਿਆ ਹੁੰਦਾ ਹੈ ਕਾਸਮੈਟਿਕਸ ਪ੍ਰੋਡਕਟਸ ਤੇ ਨੋਟ ਫॉर ਲੌਂਗ ਯੂਜ਼ ਮਤਲਬ ਕਿ ਤੁਸੀਂ ਇਹ ਯੂਜ਼ ਕਰਨੀ ਆ 2 4 10 ਦਿਨ ਕਰੋ ਉਸ ਤੋਂ ਬਾਅਦ ਕਰੀਮ ਨੂੰ ਛੱਡ ਦਿਓ ਰੈਗੂਲਰ ਨਾ ਯੂਜ਼ ਕਰੋ ਕਈ ਤਰ੍ਹਾਂ ਦੇ ਆਯੁਰਵੈਦਿਕ ਪ੍ਰੋਡਕਟਸ ਤੁਹਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਡੇਲੀ ਯੂਜ਼ ਕਰ ਸਕਦੇ ਆ ਬਟ ਰੈਗੂਲਰ ਨਹੀਂ ਯੂਜ਼ ਕਰ ਸਕਦੇ ਠੀਕ ਹੈ ਜੀ ਜਿਹੜੇ ਇਹ ਸੈੱਲ ਆ ਇਹ ਲਿਪਸ ਦੇ ਉੱਪਰ ਚੀਕਸ ਤੇ ਫੋਰਹੈਡ ਤੇ ਜਿਹੜੀ ਬਲੈਕਨੈਸ ਕਰ ਦਿੰਦੇ ਆ ਇਹ ਬਹੁਤ ਰੀਕਰੈਂਟ ਹੁੰਦੀ ਆ ਮਤਲਬ ਠੀਕ ਹੋ ਗਈ ਦੁਬਾਰਾ ਫਿਰ 2-3 ਮਹੀਨੇ ਬਾਅਦ ਹੋ ਗਈ ਅੱਛਾ ਫਿਰ 6 ਮਹੀਨੇ ਬਾਅਦ ਹੋ ਗਈ ਫਿਰ ਠੀਕ ਹੋ ਗਈ ਫਿਰ ਉਸ ਤੋਂ ਜ਼ਿਆਦਾ ਹੋ ਗਈ ਇਹ ਰੀਕਰੈਂਟ ਔਰ ਕ੍ਰੋਨਿਕ ਹੋ ਜਾਂਦੀ ਹੈ ਜਿਹਦਾ ਆਪਾਂ ਇਹਦਾ ਪ੍ਰੋਪਰ ਵੇ ਨਾਲ ਟ੍ਰੀਟਮੈਂਟ ਨਹੀਂ ਲਵਾਂਗੇ ਔਰ ਜੇ ਘਰ ਬੈਠੇ ਆਪਾਂ ਇਹਦਾ ਉਪਚਾਰ ਕਰਾਂਗੇ YouTube ਦੇਖ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਆਪ ਘਰ ਬਣਾਵਾਂਗੇ ਕਈ ਤਰ੍ਹਾਂ ਦੀਆਂ ਪੇਸਟ ਘਰ ਬਣਾਈ ਜਾਵਾਂਗੇ ਬਟ ਤੁਹਾਨੂੰ ਇਹ ਪਤਾ ਨਹੀਂ ਕਿ ਉਹ ਤੁਹਾਡੀ ਸਕਿਨ ਲਈ ਹੈਲਪਫੁਲ ਹੈਗੀ ਆ ਸੈਂਸਿਟੀਵਿਟੀ ਤਾਂ ਐਕਚੁਅਲੀ ਹਾਂ ਉਹੀ ਹੁੰਦਾ ਕਿ ਨੁਸਖੇ ਕਈ ਤਰ੍ਹਾਂ ਦੇ ਮਿਲ ਜਾਂਦੇ ਨੇ ਪਰ ਸਹੀ ਤਰੀਕੇ ਦੇ ਨਾਲ ਪਹਿਲਾਂ ਜਾਂਚ ਹੋਣਾ ਕਿ ਉਹ ਪ੍ਰੋਬਲਮ ਹੈ ਕੀ ਹੈ ਤੇ ਉਸ ਨੂੰ ਕਿਹੜਾ ਨੁਸਖਾ ਜਿਹੜਾ ਉਹਦੇ ਕੰਮ ਆਊਗਾ ਇਹ ਸਾਨੂੰ ਇਦਾਂ ਨਹੀਂ ਪਤਾ ਚੱਲ ਸਕਦਾ ਪਰ ਅਸੀਂ ਟਰਾਈ ਕਰਦੇ ਰਹਿੰਦੇ ਹਾਂ ਔਰ ਉਹ ਪ੍ਰੋਬਲਮ ਵੱਧ ਜਾਂਦੀ ਹੈ ਇਹ ਫਿਜ਼ੀਕਲ ਐਗਜ਼ਾਮੀਨੇਸ਼ਨ ਦੇਖ ਕੇ ਤੁਹਾਡਾ ਡਾਕਟਰ ਹੀ ਦੱਸ ਸਕਦਾ ਕਿ ਕਿਹੜੀ ਤੁਹਾਡੇ ਲਈ ਕਰੀਮ ਬੈਸਟ ਆ ਕਿਹੜੀ ਮੈਡੀਸਨ ਬੈਸਟ ਆ ਕਿਹੜੀ ਤੁਸੀਂ ਟ੍ਰੀਟਮੈਂਟ ਡੇਲੀ ਆਪਣੇ ਫੇਸ ਤੇ ਯੂਜ਼ ਕਰ ਸਕਦੇ ਆ ਜਿਹਦਾ ਕਿ ਤੁਹਾਨੂੰ ਕੋਈ ਟ੍ਰੀਟਮੈਂਟ ਗਲਤ ਟ੍ਰੀਟਮੈਂਟ ਨਾ ਹੋਵੇ ਆਪਣਾ ਅੱਛਾ ਟ੍ਰੀਟਮੈਂਟ ਹੋਵੇ ਤੁਹਾਡੀ ਪ੍ਰੋਬਲਮ ਜਿਹੜੀ ਛਾਈਆਂ ਦੀ ਪ੍ਰੋਬਲਮ ਆ ਠੀਕ ਹੋ ਜਾਵੇ ਇਹਦੇ ਲਈ ਕਈ ਤਰ੍ਹਾਂ ਦੇ ਬਲੱਡ ਟੈਸਟ ਦੇਖਣਾ ਪੈਂਦਾ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਕੀ ਪ੍ਰੋਬਲਮ ਹੈਗੀ ਆ ਉਹਦੀ ਹਿਸਟਰੀ ਫੈਮਿਲੀ ਹਿਸਟਰੀ ਬਹੁਤ ਜ਼ਰੂਰੀ ਆ ਉਹਦੀ ਆਪਣੀ ਹਿਸਟਰੀ ਬਹੁਤ ਜ਼ਰੂਰੀ ਆ ਕਿ ਇਸੇ ਤਰ੍ਹਾਂ ਦੀ ਕੋਈ ਮੈਡੀਸਨ ਤਾਂ ਨਹੀਂ ਲੈ ਰਿਹਾ ਮਤਲਬ ਕਿ ਉਹਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਦੇਖਿਆ ਜਾਂਦਾ ਕਿ ਮੇਨ ਥਾਇਰਾਇਡ ਦੀ ਪ੍ਰੋਬਲਮ ਜਿਹਨੂੰ ਹੁੰਦੀ ਆ ਉਹਨਾਂ ਨੂੰ ਛਾਈਆਂ ਹੋ ਜਾਂਦੀਆਂ ਸਭ ਤੋਂ ਜ਼ਿਆਦਾ ਵਿਟਾਮਿਨ ਡੀ ਜਿਹਨਾਂ ਦਾ ਘਟ ਜਾਂਦਾ ਆ ਉਹਨਾਂ ਦੇ ਵਿੱਚ ਪਿਗਮੈਂਟੇਸ਼ਨ ਹੌਲੀ ਵੱਧ ਜਾਂਦੀ ਆ ਕੱਲੀ ਫੇਸ ਤੇ ਨਹੀਂ ਪਿਗਮੈਂਟੇਸ਼ਨ ਵੱਧਦੀ ਉਹਨਾਂ ਦੀ ਆਰਮਸ ਤੇ ਥਾਈਸ ਤੇ ਬਲੈਕਨੈਸ ਆਉਣ ਲੱਗ ਪੈਂਦੀ ਆ ਸਿੰਪਲ ਵਿਟਾਮਿਨ ਡੀ ਦੇਣ ਦੇ ਨਾਲ ਵੀ 6 ਮਹੀਨੇ ਦੇਣ ਦੇ ਨਾਲ ਵੀ ਬਲੈਕਨੈਸ ਜਾਂ ਕਹਿ ਦਈਏ ਕਿ ਪਿਗਮੈਂਟੇਸ਼ਨ ਦੂਰ ਹੋ ਜਾਂਦੀ ਆ ਫਿਰ ਪੇਸ਼ੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਟੈਨਿੰਗ ਹੋਈ ਆ ਜਾਂ ਉਹਨਾਂ ਨੂੰ ਬਲੈਮਿਸ਼ਸ ਆ ਓਕੇ ਹਾਂ ਇਹ ਵੀ ਕਨਫਿਊਜ਼ਨ ਕਈ ਵਾਰੀ ਕੀ ਹੁੰਦਾ ਆਪਾਂ ਗਰਮੀ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਆਪਾਂ ਜਾਂਦੇ ਆ ਟੀ-ਸ਼ਰਟਸ ਵਗੈਰਾ ਪਾਉਂਦੇ ਆ ਸਾਡੀ ਆਰਮਸ ਟੈਨਿੰਗ ਹੋ ਜਾਂਦੀ ਆ ਹੁਣ ਟੈਨਿੰਗ ਤੇ ਬਲੀਚਿੰਗ ਏਜੰਟਸ ਕੋਈ ਨਾ ਕੋਈ ਚਾਹੀਦਾ ਸਿੰਪਲ ਨਿੰਬੂ ਆ ਉਹ ਵੀ ਹੈਲਪਫੁਲ ਹੁੰਦਾ ਜੇ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਪਏ ਆ ਠੀਕ ਹੈ ਟੈਨਿੰਗ ਦੇ ਮਾਮਲੇ ਦੇ ਵਿੱਚ ਟੈਨਿੰਗ ਦੂਰ ਕਰਨ ਲਈ ਅਲੱਗ ਚੀਜ਼ਾਂ ਆ ਬਲੈਮਿਸ਼ਸ ਦੂਰ ਕਰਨ ਲਈ ਅਲੱਗ ਚੀਜ਼ਾਂ ਆ ਠੀਕ ਹੈ ਹੁਣ ਜੇ ਉਹਦੀ ਸਮਝ ਹੋਣਾ ਵੀ ਜ਼ਰੂਰੀ ਹੈ ਕਿ ਇਹ ਟੈਨਿੰਗ ਹੀ ਹੋਈ ਹੈ ਜਾਂ ਇਹ ਅਲੱਗ ਪ੍ਰੋਬਲਮ ਬਿਲਕੁਲ ਤਿੰਨ ਚੀਜ਼ਾਂ ਹੁੰਦੀਆਂ ਇੱਕ ਪ੍ਰੋਪਰ ਵੇ ਨਾਲ ਕਹਿ ਦਈਏ ਕਿ ਹਾਈਪਰ ਪਿਗਮੈਂਟੇਸ਼ਨ ਹੋ ਗਈ ਜਿਹੜੀ ਕਿ ਰਿਵਰਸੀਬਲ ਨਹੀਂ ਹੋਣੀ ਜਿਹੜੀ ਠੀਕ ਨਹੀਂ ਹੋਣੀ ਤੁਸੀਂ ਜਿੰਨੀ ਮਰਜ਼ੀ ਮੈਡੀਸਨ ਯੂਜ਼ ਕਰ ਲਓ ਠੀਕ ਨਹੀਂ ਹੋਏਗੀ ਉਹਦੇ ਵਿੱਚ ਬਹੁਤ ਜ਼ਿਆਦਾ ਫੋਰਨਸ ਦੇ ਵਿੱਚ ਵੀ ਟ੍ਰੀਟਮੈਂਟ ਚੱਲਦੇ ਆ ਇੱਥੇ ਵੀ ਬਹੁਤ ਜ਼ਿਆਦਾ ਟ੍ਰੀਟਮੈਂਟ ਚੱਲਦੇ ਪਏ ਆ ਜਿਹੜੇ ਕਿ ਮੈਂ ਤੁਹਾਨੂੰ ਨੈਕਸਟ ਦੱਸੂਗਾ ਉਸ ਤੋਂ ਬਾਅਦ ਬਲੈਮਿਸ਼ਸ ਆ ਗਈ ਉਸ ਤੋਂ ਬਾਅਦ ਟੈਨਿੰਗ ਆ ਗਈ ਜਿਹੜੀ ਬਲੈਮਿਸ਼ਸ ਹੋ ਗਈ ਇਹਦਾ ਤਾਂ ਪ੍ਰੋਪਰ ਵੇ ਨਾਲ ਟ੍ਰੀਟਮੈਂਟ ਹੋ ਸਕਦਾ 100% ਟ੍ਰੀਟਮੈਂਟ ਹੋ ਸਕਦਾ ਕਈ ਤਰ੍ਹਾਂ ਦੀਆਂ ਮੈਡੀਸਨਸ ਹੋ ਗਈਆਂ ਕਈ ਤਰ੍ਹਾਂ ਦੇ ਪੇਸਟ ਦੱਸੂਗਾ ਜਿਹੜੇ ਕਿ ਫੇਸ ਤੇ ਲਗਾਉਣ ਦੇ ਨਾਲ ਰੈਗੂਲਰ 3 ਤੋਂ 6 ਮਹੀਨੇ ਈਜ਼ੀ 9 ਮੰਥ ਵੀ ਲੱਗ ਸਕਦੇ ਆ ਘਬਰਾਉਣ ਦੀ ਲੋੜ ਨਹੀਂ ਹੈਗੀ ਬਟ ਹੌਲੀ ਤੁਸੀਂ ਉਹੀ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ ਜਿਹੜਾ ਪਹਿਲਾਂ ਸੀਗਾ ਜੀ ਅੱਛਾ ਵੈਦ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਕ੍ਰੋਨਿਕ ਵੀ ਹੋ ਜਾਂਦੀ ਹੈ ਪ੍ਰੋਬਲਮ ਤੁਸੀਂ ਕਈ ਤਰ੍ਹਾਂ ਦੀਆਂ ਹੋਰ ਵੀ ਸ਼ੇਅਰ ਕੀਤੀਆਂ ਵੀ ਜਿਨ੍ਹਾਂ ਨੂੰ ਥਾਇਰਾਇਡ ਹੁੰਦੀ ਹੈ ਜਾਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਇੰਟਰਨਲ ਪ੍ਰੋਬਲਮਸ ਹੁੰਦੀਆਂ ਜੜ ਕੀ ਹੁੰਦੀ ਹੈ ਪਿਗਮੈਂਟੇਸ਼ਨ ਦੀ ਐਗਜ਼ੈਕਟਲੀ ਪਿਗਮੈਂਟੇਸ਼ਨ ਦੀ ਜਿਹੜੀ ਪ੍ਰੋਬਲਮ ਮੈਂ ਤੁਹਾਨੂੰ ਦੱਸਿਆ ਜੜ ਹੈਗੀ ਆਪਣੇ ਸੈੱਲ ਸਕਿਨ ਦੇ ਜਿਹੜੇ ਸੈੱਲ ਆ ਮੈਲੈਨੋਸਾਈਟ ਆ ਉਹ ਮੈਲੈਨਿਨ ਸਕਰੀਟ ਕਰਦੇ ਆ ਜਿਹਦੇ ਕਰਕੇ ਕਿ ਉਹ ਸਕਰੀਸ਼ਨ ਐਬਨੋਰਮਲ ਸਕਰੀਸ਼ਨ ਹੋ ਜਾਂਦੀ ਆ ਮਤਲਬ ਇੱਕ ਤਾਂ ਨਾਰਮਲ ਸਕਰੀਸ਼ਨ ਆ
ਲਾਈਫ ਟਾਈਮ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਪਈ ਸਕਿਨ ਦੀ, ਕੋਈ ਪਿਗਮੈਂਟੇਸ਼ਨ ਨਹੀਂ ਆ ਗਈ। ਟੈਨਿੰਗ ਤਾਂ ਤੁਹਾਡੀ UV ਰੇਡੀਏਸ਼ਨਸ ਕਰਕੇ ਹੁੰਦੀ ਪਈ ਆ, ਸਨ ਰੇਜ਼ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਪਈਆਂ, ਉਹਦੇ ਕਰਕੇ ਟੈਨਿੰਗ ਹੋ ਗਈ। ਟੈਨਿੰਗ ਮਤਲਬ ਸਕਿਨ ਦੇ ਉੱਪਰ ਹੋਏਗੀ, ਉਹ ਡੀਪਲੀ ਸਕਿਨ ਤੇ ਨਹੀਂ ਹੋਏਗੀ। ਹੁਣ ਜਿਹੜੀ ਸੈਲਸ ਦੀ ਸਕ੍ਰੀਸ਼ਨਸ ਹੁੰਦੀ ਪਈ ਆ, ਇਹਦੇ ਲਈ ਤਾਂ ਆਪਾਂ ਨੂੰ ਮੈਡੀਸਨ ਨਾਲ ਹੀ ਰੋਕਣਾ ਪਏਗਾ ਨਾ ਉਹਨੂੰ। ਇਹਦੇ ਲਈ ਆਪਾਂ ਕੋਈ ਘਰ ਬੈਠੇ, ਹੁਣ ਅਸੀਂ ਕੀ ਕਰਦੇ ਹਾਂ, ਘਰ ਬੈਠੇ ਕਦੀ ਪਪੀਤੇ ਦਾ ਜੂਸ ਲਾ ਲਾ, ਕਦੀ ਆਲੂ ਦੇ ਸਲਾਈਸਿਸ ਕੱਟ ਕੇ ਉਹ ਲਾ ਲਾ, ਕਦੀ ਖੀਰੇ ਦਾ ਪਾਣੀ ਲਾ ਲਾ, ਕਦੀ ਖੀਰੇ ਅੱਖਾਂ ਤੇ ਰੱਖ ਲਾ। ਪਰ ਬਲੈਮਿਸ਼ਸ ਦੇ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਅੱਛਾ, ਮੇਰੇ ਕੋ ਘੱਟੋ ਘੱਟ 50 ਤੋਂ 100 ਪੇਸ਼ੈਂਟ ਇੱਦਾਂ ਦਾ ਆਇਆ ਜਿਹੜਾ ਕਿ 6-6 ਮਹੀਨੇ ਉਹਨਾਂ ਨੇ ਘਰ ਬੈਠੇ ਟ੍ਰੀਟਮੈਂਟ ਕੀਤਾ, ਬਟ ਬਿਲਕੁਲ ਕੋਈ ਫਾਇਦਾ ਨਹੀਂ ਹੋਇਆ। ਅਸੀਂ ਜਦੋਂ ਉਹਨਾਂ ਦੇ ਟੈਸਟ ਕਰਵਾਏ ਜਾਂ ਉਹਨਾਂ ਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਕੀਤਾ, ਉਦੋਂ ਦੇਖਿਆ ਕਿ ਉਹਨਾਂ ਦੀ ਜੜ ਕੀ ਆ। ਜੜ ਕੀ ਸੀ? ਅਨਹੈਲਦੀ ਫੂਡ। ਅੱਛਾ, ਜਿਹੜਾ ਕਿ ਜੰਕ ਫੂਡ ਅਸੀਂ ਲੈ ਰਹੇ ਹਾਂ। ਸੈਕਿੰਡ, ਉਹਨਾਂ ਦਾ HB ਟੈਸਟ ਕਰਵਾਇਆ। ਲੇਡੀਜ਼ ਦੇ ਵਿੱਚ ਦੇਖਿਆ ਜਾਂਦਾ ਕਿ ਕੈਲਸ਼ੀਅਮ, ਵਿਟਾਮਿਨ B12, ਵਿਟਾਮਿਨ D ਔਰ HB 100 ਦੇ ਵਿੱਚੋਂ 90 ਲੇਡੀਜ਼ ਦਾ ਘਟਿਆ ਹੋਊਗਾ। ਕਿਉਂਕਿ ਨਾ ਦੁੱਧ ਚੰਗਾ ਲੱਗਦਾ, ਨਾ ਦਹੀਂ ਚੰਗਾ ਲੱਗਦਾ, ਨਾ ਚੰਗੀ ਖੁਰਾਕ ਸੋਹਣੀ ਲੱਗਦੀ, ਨਾ ਹੀ ਆਪਾਂ ਡਰਾਈ ਫਰੂਟ ਖਾਣਾ, ਨਾ ਹੀ ਬਦਾਮ ਖਾਣੇ, ਨਾ ਹੀ ਅਖਰੋਟ ਖਾਣੇ, ਨਾ ਹੀ ਕੋਈ ਨਟਸ ਵਗੈਰਾ ਅੱਛਾ ਲੈਣਾ, ਨਾ ਹੀ ਬਲੂਬੈਰੀਜ਼ ਲੈਣੀ। ਸਵੇਰੇ ਉੱਠ ਕੇ ਚਾਹ ਪਿਲਾ ਦਿਓ, ਦੁਪਹਿਰੇ ਚਾਹ ਪਿਲਾ ਦਿਓ, ਸ਼ਾਮ ਨੂੰ ਚਾਹ ਪਿਲਾ ਦਿਓ। ਚਾਹ ਦਾ ਨਸ਼ਾ 3 ਵਾਰੀ ਕਰਨਾ, ਬਟ ਹੈਲਦੀ ਡਾਈਟ ਨਹੀਂ ਲੈਣੀ ਆਪਾਂ ਕੋਈ ਵੀ। ਬਟ ਉਹਦੇ ਨਾਲ ਇੱਕ ਹੋਰ ਪ੍ਰੋਬਲਮ ਵੀ ਹੈ, ਫੀਮੇਲਸ ਨੂੰ ਮੰਥਲੀ ਸਾਈਕਲ ਵੀ ਰਹਿੰਦਾ, ਉਹਦੇ ਨਾਲ ਵੀ ਬਲੱਡ ਲਾਸ ਕਾਫੀ ਹੁੰਦਾ। ਦੇਖੋ, ਇਹ ਵੀ ਇੱਕ ਕਾਰਨ ਬਣਦਾ। ਜਿਹੜੇ ਬਲੈਮਿਸ਼ਸ ਦੇ ਆਪਾਂ 4 ਕਾਰਨ ਸਭ ਤੋਂ ਪਹਿਲਾਂ ਦੇਖਾਂਗੇ। ਸਭ ਤੋਂ ਪਹਿਲਾਂ ਹਾਰਮੋਨਸ ਇੰਬੈਲੈਂਸ। ਦੇਖੋ, ਬਲੱਡ ਲਾਸ ਇੱਕ ਕਾਰਨ ਨਹੀਂ ਹੈਗਾ। ਲੇਡੀਜ਼ ਦੇ ਵਿੱਚ ਜਿਹੜਾ ਮੰਥਲੀ ਸਾਈਕਲ ਆਣਾ ਬਹੁਤ ਜ਼ਰੂਰੀ ਆ। ਸਹੀ ਟਾਈਮ ਤੇ ਆਣਾ, ਸਹੀ ਤਰ੍ਹਾਂ ਆਣਾ। ਉਹਨਾਂ ਦੀ ਫਰਟੀਲਿਟੀ, ਬੱਚਾ ਪੈਦਾ ਕਰਨ ਦੀ ਸ਼ਮਤਾ ਲਈ ਸਾਈਕਲ ਦਾ ਰੈਗੂਲਰ ਹੋਣਾ ਬਹੁਤ ਜ਼ਰੂਰੀ ਹੈ। ਇਹ ਬੋਡੀ ਨੇ, ਰੱਬ ਨੇ ਤੁਹਾਨੂੰ ਕੁਦਰਤੀ ਨਿਯਮ ਦਿੱਤਾ ਹੈ ਜੀ। ਇਹ ਨਿਯਮ ਦਾ ਕੋਈ ਨੁਕਸਾਨ ਨਹੀਂ ਹੈਗਾ ਤੁਹਾਨੂੰ। ਮਤਲਬ ਜਿਹੜਾ ਕੁਦਰਤੀ ਸਾਈਕਲ ਹੈ ਉਸ ਦੇ ਵਿੱਚ ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ। ਪਰ ਉਹ ਅਗਰ ਸਾਈਕਲ ਡਿਸਟਰਬ ਹੁੰਦਾ ਤਾਂ ਨੁਕਸਾਨ ਤਾਂ ਆ ਜਦੋਂ ਤੁਸੀਂ ਆਫਟਰ ਮੈਰਿਜ ਤੁਸੀਂ ਕੰਟਰਾਸੈਪਟਿਵ ਪਿਲਸ ਲੈਂਦੇ ਹੋ, ਗਰਭਪਾਤ ਕਰਨ ਦੀਆਂ ਕੋਈ ਗੋਲੀਆਂ ਖਾਂਦੇ ਆ, ਉਹਦੇ ਨਾਲ ਕੀ ਹੋਏਗਾ? ਤੁਹਾਡੇ ਹਾਰਮੋਨਸ ਇੰਬੈਲੈਂਸ ਹੋ ਜਾਊਗੇ। ਉਸੇ ਤਰ੍ਹਾਂ ਜੇ ਤੁਹਾਨੂੰ ਮੈਂਸਿਸ ਰੈਗੂਲਰ ਨਹੀਂ ਆਉਂਦੇ ਪਏ ਹੈਗੇ, ਕਦੀ ਕਦੀ ਬਲੀਡਿੰਗ ਓਵਰ ਹੁੰਦੀ ਪਈ ਆ, ਤੁਸੀਂ ਕਿਸੇ ਡਾਕਟਰ ਦੀ ਸਲਾਹ ਨਹੀਂ ਲੈ ਰਹੇ, ਤੁਹਾਨੂੰ ਕਦੀ ਕਦੀ ਹਾਰਮੋਨਸ ਦੇਣ ਦੇ ਨਾਲ ਵੀ ਤੁਹਾਡੀਆਂ ਬਲੈਮਿਸ਼ਸ ਘਟ ਜਾਂਦੀਆਂ ਆ ਜੀ। ਜਿਹੜੀ ਚੀਜ਼ ਦੀ ਕਮੀ ਤੁਹਾਡੇ ਵਿੱਚ ਹੋਏਗੀ ਉਹ ਪੂਰੀ ਕਰਨੀ ਪਏਗੀ। ਜਿਹੜੀ ਚੀਜ਼ ਐਕਸੈਸ ਹੋ ਗਈ ਹੈ ਉਹ ਦੱਸਣੀ ਪਏਗੀ ਕਿ ਇੱਥੋਂ ਤੁਸੀਂ ਰੁਕ ਜਾਓ, ਇਹਨੂੰ ਚੀਜ਼ ਨੂੰ ਅਵੋਇਡ ਕਰੋ। ਸੈਕਿੰਡ ਹੋ ਗਿਆ, ਪਹਿਲਾ ਹੋ ਗਿਆ ਹਾਰਮੋਨਸ ਇੰਬੈਲੈਂਸ, ਦੂਜਾ ਦੱਸਿਆ ਓਰਲ ਕੰਟਰਾਸੈਪਟਿਵ ਪਿਲਸ ਜਿਹੜੀਆਂ ਤੁਸੀਂ ਲੈਂਦੇ ਪਏ ਹੋ। ਥਰਡ ਇਹਦੇ ਵਿੱਚ ਆ ਜਾਂਦਾ ਆ ਸਨ ਰੇਜ਼ ਐਕਸਪੋਜ਼ਰ। ਮਤਲਬ ਸੂਰਜ ਦੀਆਂ ਜਿਹੜੀਆਂ ਕਿਰਨਾਂ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਓਜ਼ੋਨ ਲੇਅਰ ਬਹੁਤ ਘਟ ਰਹੀ ਆ, ਡਾਇਰੈਕਟ ਕਿਰਨਾਂ ਆ ਰਹੀਆਂ ਸੂਰਜ ਦੀਆਂ, ਜਿਨ੍ਹਾਂ ਦਾ ਵਿਟਾਮਿਨ D ਘੱਟ ਆ। ਉਹ ਜਿਹੜੀ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੁਸੀਂ ਚਾਹੁੰਦੇ ਕਿ ਆਪਾਂ ਸੂਰਜ ਦੀਆਂ ਕਿਰਨਾਂ ਲੈਣੀਆਂ, ਉਹ ਤੁਸੀਂ ਸਿਰਫ ਅਰਲੀ ਮਾਰਨਿੰਗ ਲਓ, ਜਦੋਂ ਤੁਸੀਂ ਸੂਰਜ ਚੜ੍ਹ ਰਿਹਾ ਹੈ। ਜਦੋਂ ਸੂਰਜ ਚੜ੍ਹ ਰਿਹਾ ਉਸ ਟਾਈਮ ਤੇ ਤੁਸੀਂ 1-1.5 ਘੰਟਾ ਲੈ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਦੇਖੋ ਤੁਸੀਂ ਧੁੱਪੇ ਜਾ ਨਹੀਂ ਸਕਦੇ, ਫਿਰ ਉਹ ਹਾਰਮਫੁਲ ਹੈ। ਉਹ ਜਿਹੜੀ ਪ੍ਰੋਬਲਮ ਕੀ ਕਰੇਗੀ? ਆਪਾਂ ਨੂੰ ਦਿੱਕਤ ਕਰੇਗੀ। ਦਿੱਕਤ ਕੀ ਕਰੇਗੀ? ਸਾਰੀ ਬੋਡੀ ਨੂੰ ਹੀਟ ਕਰੇਗੀ, ਰੈਡਨੈਸ ਹੋਏਗੀ, ਰੈਡਨੈਸ ਤੋਂ ਬਾਅਦ ਪਿਗਮੈਂਟੇਸ਼ਨ ਹੋਏਗੀ। ਉਹ ਪਿਗਮੈਂਟੇਸ਼ਨ ਤੋਂ ਬਚਣ ਲਈ ਕੀ ਕਰਨਾ ਪਏਗਾ? ਜੇ ਆਪਾਂ ਆਪਣੇ ਬਲੈਮਿਸ਼ਸ ਨੂੰ ਬਚਾਉਣਾ ਚਾਹੁੰਦੇ ਆ, ਸਾਨੂੰ ਆਪਣੇ ਸਕਿਨ ਦੇ ਉੱਤੇ ਇੱਕ ਕਵਰਿੰਗ ਲਾ ਕੇ ਬਾਹਰ ਨਿਕਲਣਾ ਪਏਗਾ। ਕਵਰਿੰਗ ਕਿਸ ਚੀਜ਼ ਦੀ ਲਾ ਸਕਦੇ ਆ? ਅਸੀਂ ਘਰ ਜਾਈਏ, ਘਰੋਂ ਜੇਕਰ ਆਪਾਂ ਘਰ ਜਾ ਰਹੇ ਹਾਂ, ਵਾਪਸ ਜਾ ਰਹੇ ਹਾਂ, ਕੰਮ ਤੋਂ ਜਾ ਰਹੇ ਹਾਂ, ਪਹਿਲਾਂ ਤਾਂ ਠੰਡੇ ਪਾਣੀ ਨਾਲ ਜਾਂ ਠੰਡੇ ਦੁੱਧ ਨਾਲ ਜਾਂ ਦਹੀਂ ਦੇ ਉੱਤੇ ਜਿਹੜਾ ਪਾਣੀ ਹੁੰਦਾ ਉਹਦੇ ਨਾਲ ਆਪਾਂ ਆਪਣਾ ਫੇਸ ਵਾਸ਼ ਕਰੀਏ। ਜਦੋਂ ਆਪਾਂ ਫੇਸ ਵਾਸ਼ ਕਰਾਂਗੇ ਉਹ ਚੀਜ਼ਾਂ ਦੇ ਨਾਲ 2 ਤੋਂ 3 ਵਾਰੀ, ਉਹਨਾਂ ਜਿਹੜਾ ਡਸਟ ਪਾਰਟੀਕਲਸ ਆ ਜਿਹੜੇ ਉਹ ਬਿਲਕੁਲ ਨਿਕਲ ਜਾਣਗੇ ਕਲੀਅਰ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ? ਅਸੀਂ ਵਿਟਾਮਿਨ C ਦਾ ਸੀਰਮ ਆਂਦਾ ਜੀ, ਜਾਂ ਡੀ ਪਿਗਮੈਂਟੇਸ਼ਨ ਸੀਰਮਸ ਮਾਰਕੀਟ ਦੇ ਵਿੱਚ ਬਹੁਤ ਅੱਛੇ ਆਉਂਦੇ ਆ, ਉਹਨਾਂ ਦੀ ਅਸੀਂ ਕਵਰਿੰਗ ਕਰ ਸਕਦੇ ਹਾਂ, ਉਹਨਾਂ ਅਸੀਂ ਸਾਫ਼ ਕਰ ਸਕਦੇ ਹਾਂ ਸਾਰੇ ਫੇਸ ਨੂੰ। ਉਹਨਾਂ ਕੀ ਹੋਏਗਾ? ਤੁਹਾਡੇ ਰੋਮ ਜਿਹੜੇ ਖੁੱਲ ਜੂਗੇ, ਹੋਰ ਪਿਗਮੈਂਟੇਸ਼ਨ ਘਟੇਗੀ। ਰਾਈਟ। ਜਦੋਂ ਅਸੀਂ ਘਰੋਂ ਬਾਹਰ ਨਿਕਲਣਾ ਸਵੇਰੇ ਮਾਰਨਿੰਗ ਦੇ ਵਿੱਚ, ਤੁਹਾਨੂੰ ਪਤਾ ਕਿ ਬਾਹਰ ਧੁੱਪ ਦੀਆਂ ਕਿਰਨਾਂ ਬਹੁਤ ਜ਼ਿਆਦੀਆਂ ਆ, ਬਹੁਤ ਜ਼ਿਆਦਾ ਧੁੱਪ ਸਟਰੋਂਗ ਹੈ ਇਸ ਟਾਈਮ, ਹੈ ਨਾ। ਉਸ ਟਾਈਮ ਤੇ ਕੀ ਆ? ਤੁਸੀਂ ਵਿਟਾਮਿਨ C ਦਾ ਸੀਰਮ ਆਂਦਾ ਆ, ਉਹ ਫੇਸ ਤੇ ਲਗਾ ਕੇ ਜਾਓ। ਉਹਦੇ ਉੱਤੇ ਸਨਸਕ੍ਰੀਨ ਲੋਸ਼ਨ ਤੋਂ ਬਿਨਾਂ ਤੁਸੀਂ ਘਰੋਂ ਨਹੀਂ ਨਿਕਲਣਾ। ਜਿਨ੍ਹਾਂ ਨੂੰ ਬਲੈਮਿਸ਼ਸ ਹੈਗੀ ਆ, ਤਾਂ ਜਿਹੜੇ ਚਾਹੁੰਦੇ ਕਿ ਬਲੈਮਿਸ਼ਸ ਨਾ ਹੋਣ, ਉਹਦੇ ਲਈ ਕੀ ਆ? ਉਹਦੇ ਲਈ ਵੀ ਇਹੀ ਟੋਟਕਾ ਆ ਕਿ ਵਿਟਾਮਿਨ C ਦਾ ਸੀਰਮ ਜੀ ਤੇ ਨਾਲ ਸਨਸਕ੍ਰੀਨ ਲੋਸ਼ਨ। ਇਹ 2 ਚੀਜ਼ਾਂ ਤੁਸੀਂ ਲਾ ਕੇ ਜਾਓਗੇ, ਜਦੋਂ ਸੂਰਜ ਦੀਆਂ ਕਿਰਨਾਂ ਪਊਗੀਆਂ ਉਹ UV ਰੇਡੀਏਸ਼ਨ ਜਿਹੜੀਆਂ ਤੁਹਾਡੀ ਸਕਿਨ ਦੇ ਅੰਦਰ ਨਹੀਂ ਜਾਊਗੀਆਂ। ਰਾਈਟ। ਤੇ ਤੁਸੀਂ ਪਿਗਮੈਂਟੇਸ਼ਨ ਤੋਂ ਬਚ ਸਕਦੇ ਆ। ਇਹ ਚੀਜ਼ਾਂ ਕਰਨੀਆਂ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਬਾਕੀ ਤੁਸੀਂ ਕੋਈ ਮੈਡੀਸਨ ਖਾਣੇ ਪਏ ਹੋ,
ਇਹ ਥਾਇਰਾਇਡ ਦੀ ਮੈਡੀਸਨ ਲੈਣੇ ਪਿਓ, ਤੁਹਾਡਾ ਵਿਟਾਮਿਨ ਡੀ ਘੱਟ ਆ ਉਹ ਲੈ ਰਹੇ ਹੋ, ਤੁਹਾਡਾ ਵਿਟਾਮਿਨ B12 ਘੱਟ ਆ ਉਹ ਲੈ ਰਹੇ ਹੋ, ਜਾਂ ਤੁਹਾਡਾ ਕੈਲਸ਼ੀਅਮ ਘੱਟ ਆ ਜੀ, ਇੱਥੇ ਤੱਕ ਕਿ ਵਿਟਾਮਿਨ E ਜਿਹੜਾ ਉਹ ਬਹੁਤ ਹੈਲਪਫੁਲ ਆ ਜਿਨ੍ਹਾਂ ਨੂੰ ਬਲੈਮਿਸ਼ਸ ਦੀ ਪ੍ਰੋਬਲਮ ਹੁੰਦੀ ਆ। ਕਈ ਲੇਡੀਜ਼ ਦੇਖੀਆਂ ਵਿਟਾਮਿਨ E ਦਾ ਕੈਪਸੂਲ ਲੈ ਕੇ ਉਹਦੀਆਂ ਮਸਾਜ ਕਰਦੀਆਂ ਸਕਿਨ ਦੇ ਉੱਤੇ, ਉਹ ਬਹੁਤ ਬੈਸਟ ਆ। ਓਕੇ, ਉਸ ਦੇ ਨਾਲ ਕਾਫੀ ਫਰਕ ਪੈਂਦਾ, ਉਸ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਅੱਛਾ, ਜਿਵੇਂ ਅਸੀਂ ਬਾਰ-ਬਾਰ ਗੱਲ ਕਰਦੇ ਪਏ ਹਾਂ ਕਿ ਫੀਮੇਲਸ ਦੇ ਵਿੱਚ, ਔਰ ਅਸੀਂ ਇਹ ਦੇਖਿਆ ਕਿ ਫੀਮੇਲਸ ਦੇ ਵਿੱਚ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਕੰਪੈਰੀਟਿਵਲੀ ਕਿ ਮੇਲਸ ਦੇ ਵਿੱਚ ਅਸੀਂ ਦੇਖੀਏ, ਇਹਦੇ ਕੀ ਕਾਰਨ ਨੇ? ਲੇਡੀਜ਼ ਦੇ ਵਿੱਚ ਮੇਨ ਕਾਰਨ ਜੇ ਦੇਖਿਆ ਕਿ 90% ਲੇਡੀਜ਼ ਦੇ ਵਿੱਚ ਪ੍ਰੋਬਲਮ ਜਿਹੜੀ ਆ ਛਾਈਆਂ ਦੀ ਆਉਂਦੀ ਆ, ਉਹਦਾ ਮੇਨ ਕਾਰਨ ਹਾਰਮੋਨਸ ਇੰਬੈਲੈਂਸ ਆ ਐਸ ਕੰਪੇਅਰ ਟੂ ਮੇਲਸ। ਸੈਕਿੰਡ ਕੀ ਆ, ਜਦੋਂ ਉਹਨਾਂ ਦਾ ਮੀਨੋਪੋਜ਼ ਆਉਂਦਾ ਆ, ਮਤਲਬ ਕਿ ਜਦੋਂ ਮੈਂਸਸ ਸਟਾਪ ਹੁੰਦੇ ਆ, ਉਸ ਟਾਈਮ ਤੇ ਐਸਟ੍ਰੋਜਨ ਪ੍ਰੋਜੈਸਟਰੋਨ ਬੋਡੀ ਦੇ ਵਿੱਚੋਂ ਖਤਮ ਹੋ ਜਾਂਦੇ ਆ, ਉਹ ਵੀ ਇੱਕ ਕਾਰਨ ਆ ਲੇਡੀਜ਼ ਦੇ ਵਿੱਚ ਜ਼ਿਆਦਾ ਜੀ ਬਲੈਮਿਸ਼ਸ ਹੋਣ ਦਾ। ਸੋ ਉਸ ਟਾਈਮ ਦੇ ਵਿੱਚ ਮੈਂ ਵੀ ਸੁਣਿਆ ਕਿ ਇੱਕ ਤਾਂ ਮੂਡਸ ਦੇ ਵਿੱਚ ਚਿੜਚਿੜਾਪਨ ਤੇ ਹੋਰ ਹੈ ਨਾ, ਤੇ ਇਦਾਂ ਦੀਆਂ ਚੀਜ਼ਾਂ, ਤਾਂ ਇਹ ਵੀ ਇੱਕ ਉਹਨਾਂ ਦੇ ਵਿੱਚੋਂ ਇੱਕ ਸਾਈਡ ਇਫੈਕਟ ਹੈ, ਬਿਲਕੁਲ ਸਾਈਡ ਇਫੈਕਟ ਆ ਜੀ, ਹੈ ਨਾ। ਤਾਂ ਪਲੱਸ ਇੱਕ ਆ ਕਿ ਜਦੋਂ ਆਪਾਂ ਨੂੰ ਇਹ ਮੂਡ ਚੇਂਜਸ ਆਉਂਦੀ ਪ੍ਰੋਬਲਮ ਆਉਂਦੀ ਹੈ, ਉਸ ਟਾਈਮ ਤੇ ਆਪਾਂ ਅਨਹੈਲਦੀ ਡਾਈਟ ਲੈਂਦੇ ਆ, ਉਸ ਟਾਈਮ ਤੇ ਆਪਾਂ ਇਹ ਨਹੀਂ ਦੇਖਦੇ ਕਿ ਸਾਨੂੰ ਕੇਅਰ ਕਰਨ ਲਈ ਸਾਨੂੰ ਕਿਹੜੀ ਡਾਈਟ ਲੈਣੀ ਚਾਹੀਦੀ ਆ ਜੀ। ਐਂਟੀਆਕਸੀਡੈਂਟਸ, ਓਮੇਗਾ 3 ਫੈਟੀ ਐਸਿਡਸ ਬਹੁਤ ਜ਼ਿਆਦਾ ਜ਼ਰੂਰੀ ਆ, ਇੱਕ ਹੈਲਥੀ ਫੈਟ, ਇੱਕ ਹੈਲਥੀ ਪ੍ਰੋਟੀਨ, ਹੋਰ ਐਂਟੀਆਕਸੀਡੈਂਟਸ, ਤਿੰਨ ਚੀਜ਼ਾਂ ਲੇਡੀਜ਼ ਨੂੰ ਆਪਣੀ ਏਜ ਦੇ ਵਿੱਚ ਲੈਣੀ ਚਾਹੀਦੀ ਆ। ਟੀਨਏਜਰ ਸ਼ੁਰੂ ਹੋਣ ਤੋਂ ਲੈ ਕੇ, ਮਤਲਬ ਜਦੋਂ ਤੁਹਾਡੇ ਮੈਂਸਿਸ ਸਟਾਰਟ ਹੋ ਜਾਂਦੇ ਉਸ ਟਾਈਮ ਤੋਂ ਲੈ ਕੇ ਆਲ ਓਵਰ, ਮਤਲਬ ਤੁਹਾਡੀ ਜਿਹਦੇ ਤੱਕ ਏਜ ਚੱਲਦੀ ਪਈ ਆ, ਤੁਸੀਂ ਚਾਹੁੰਦੇ ਤੁਹਾਨੂੰ ਬੁਢਾਪਾ ਵੀ ਜਲਦੀ ਨਾ ਆਵੇ, ਆਪਾਂ ਅੱਗੇ ਚੱਲਾਂਗੇ ਕਿ ਐਂਟੀ ਏਜਿੰਗ। ਮੈਂ ਇਨਫੈਕਟ ਇੱਥੇ ਗੱਲ ਕਰਨ ਲੱਗਿਆ ਸੀ, ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਗੁੱਡ ਫੈਟ ਵੀ ਚਾਹੀਦਾ ਹੈ, ਗੁੱਡ ਪ੍ਰੋਟੀਨ ਵੀ ਚਾਹੀਦਾ ਹੈ ਨਾ, ਤੇ ਹੋਰ ਇੱਕ ਐਲੀਮੈਂਟ ਤੁਸੀਂ ਦੱਸਿਆ ਸੀ ਐਂਟੀਆਕਸੀਡੈਂਟਸ ਵੀ ਚਾਹੀਦੇ ਨੇ। ਸੋ ਇਹ ਚਾਹੀਦੇ ਤਾਂ ਨੇ, ਪਰ ਅਸੀਂ ਅੱਜ ਦੇਖਦੇ ਕਿ ਰੁਝਾਨ ਇਹ ਹੈ ਕਿ ਲੋਕੀ ਆਪਣੇ ਆਪ ਨੂੰ ਫਿੱਟ ਕਰਨ ਦੇ ਚੱਕਰ ਦੇ ਵਿੱਚ ਬਹੁਤ ਕੁਝ ਖਾਣਾ ਛੱਡ ਦਿੰਦੇ ਨੇ। ਸੋ ਕਹਿੰਦੇ ਤਾਂ ਨੇ ਕਿ ਡਾਈਟਿੰਗ ਕਰ ਰਹੇ ਹਾਂ ਅਸੀਂ, ਆਪਣੇ ਆਪ ਨੂੰ ਸਲਿਮ ਰੱਖਣਾ ਹੈ, ਫਿੱਟ ਰੱਖਣਾ ਹੈ, ਪਰ ਉਹ ਕਈ ਵਾਰੀ ਉਹ ਚੀਜ਼ਾਂ ਵੀ ਛੱਡ ਦਿੰਦੇ ਨੇ ਖਾਣੀਆਂ ਜਿਹੜੀਆਂ ਕਿ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ। ਤਾਂ ਉਹ ਡਾਈਟ ਬਾਰੇ ਵੀ ਥੋੜਾ ਜਿਹਾ ਤੁਸੀਂ ਗਾਈਡ ਕਰੋ, ਔਰ ਆਯੁਰਵੇਦ ਕੀ ਸੁਜੈਸਟ ਕਰਦਾ ਹੈ? ਬਿਲਕੁਲ ਦੇਖੋ ਸਰ, ਸਭ ਤੋਂ ਜ਼ਿਆਦਾ ਆਪਾਂ ਪਹਿਲਾਂ ਚੱਲਦੇ ਹਾਂ ਐਂਟੀਆਕਸੀਡੈਂਟ ਵੱਲ। ਐਂਟੀਆਕਸੀਡੈਂਟ ਸਾਨੂੰ ਕਿੱਥੋਂ ਮਿਲ ਸਕਦਾ ਆ? ਐਂਟੀਆਕਸੀਡੈਂਟਸ ਹੁੰਦੇ ਕੀ ਆ? ਅਸੀਂ ਤਲਿਆ ਖਾਣੇ ਬਾਹਰੋਂ, ਸਮੋਸੇ ਖਾ ਲਏ, ਕਚੋਰੀ ਖਾ ਲਈ, 버ਗਰ ਖਾ ਲਿਆ, ਪੀਜ਼ਾ ਖਾ ਲਿਆ, ਪਾਸਤਾ ਖਾ ਲਿਆ, ਉਹ ਸਾਡੇ ਅੰਦਰ ਜਾ ਕੇ ਨਾ ਇੱਕ ਟਰਾਂਸ ਫੈਟਸ ਹੁੰਦੀ ਜਿਹੜੀ ਕਿ ਬੋਡੀ ਦੇ ਵਿੱਚ ਜਾਂਦੀ ਆ, ਜਿਹੜੀ ਸਾਡੇ ਹਰ ਇੱਕ ਚੀਜ਼ ਲਈ ਪ੍ਰੋਬਲਮ ਕਰਦੀ ਹੈ। ਇੱਥੇ ਤੱਕ ਕਿ ਜੁਆਇੰਟ ਪੇਨ ਵੀ ਉਹਦੇ ਨਾਲ ਹੁੰਦੀ ਆ, ਬੋਡੀ ਦੇ ਵਿੱਚ ਪੇਨਸ ਵੀ ਉਹਦੇ ਨਾਲ ਹੁੰਦੀਆਂ ਆ, ਬੋਡੀ ਦੇ ਵਿੱਚ ਕੌਨਸਟੀਪੇਸ਼ਨ ਵੀ ਉਹਦੇ ਕਰਕੇ ਹੁੰਦੀ ਆ। ਜਿਹੜਾ ਐਂਟੀਆਕਸੀਡੈਂਟ ਹੋਏਗਾ ਉਹ ਉਹਨੂੰ ਬੋਡੀ ਚੋਂ ਬਾਹਰ ਕੱਢੇਗਾ, ਖਤਮ ਕਰੇਗਾ। ਐਂਟੀਆਕਸੀਡੈਂਟਸ ਦੇ ਵਿੱਚ ਸਭ ਤੋਂ ਅੱਛਾ ਕੀ ਹੋਏਗਾ? ਟਮਾਟਰ, ਉਹਦੇ ਚੋਂ ਮਿਲੇਗਾ ਲਾਈਕੋਪੀਨ। ਆਪਾਂ ਨੂੰ ਆਪਣੇ ਸੈਲਡ ਦੇ ਵਿੱਚ ਹਮੇਸ਼ਾ ਜਦੋਂ ਵੀ ਆਪਾਂ ਸੈਲਡ ਲੈਣਾ ਆਪਾਂ ਨੂੰ ਟਮਾਟਰ ਯੂਜ਼ ਕਰਨਾ ਚਾਹੀਦਾ। ਸੈਕਿੰਡ, ਬਲੂਬੇਰੀਜ਼ ਹੋ ਗਈਆਂ, ਜਿੰਨੀਆਂ ਵੀ ਸਟ੍ਰਾਬੇਰੀ ਹੋ ਗਈ ਜਾਂ ਬਲੂਬੇਰੀਜ਼ ਹੋ ਗਈਆਂ, ਇਹਨਾਂ ਦੇ ਵਿੱਚ ਐਂਟੀਆਕਸੀਡੈਂਟ ਦੀ ਕੁਆਲਿਟੀ ਬਹੁਤ ਜ਼ਿਆਦੀ ਆ। ਥਰਡ ਹੋ ਗਿਆ ਫਲੈਕਸ ਸੀਡਸ। ਤੁਸੀਂ ਡੇਲੀ ਅੱਧਾ ਚਮਚ, ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ, ਮੈਂ ਇਹ ਦੱਸਣਾ ਚਾਹੁੰਦਾ ਕਿ ਕਈ ਲੋਕਾਂ 'ਚ ਵਹਿਮ ਹੁੰਦਾ ਕਿ ਅਲਸੀ ਜੀ ਗਰਮ ਬਹੁਤ ਆ, ਗਰਮੀ 'ਚ ਨਹੀਂ ਖਾਣੀ, ਅਲਸੀ ਗਰਮ ਆ, ਸਿਰਫ ਸਰਦੀਆਂ 'ਚ ਪਿੰਨੀਆਂ ਬਣਾ ਕੇ ਖਾ ਲੈਣੀਆਂ ਜੇ BP ਵੱਧ ਜਾਵੇ ਤਾਂ। ਮਤਲਬ ਉਹ ਆਪਾਂ ਕੁਆਲਿਟੀ ਆਪਣੀ ਡੋਜ਼ ਵਧਾ ਕੇ ਲੈ ਲੈਣੀ ਸਰਦੀਆਂ ਦੇ ਵਿੱਚ, ਬਟ ਉਹ ਤੁਹਾਨੂੰ ਗਰਮੀਆਂ 'ਚ ਵੀ ਤਾਂ ਲੋੜ ਆ ਨਾ ਅਲਸੀ ਦੀ, ਫਲੈਕਸ ਸੀਡਸ ਦੀ, ਐਂਟੀਆਕਸੀਡੈਂਟ ਦੀ ਗਰਮੀਆਂ 'ਚ ਵੀ ਲੋੜ ਆ। ਜਦੋਂ ਤੁਸੀਂ ਫਲੈਕਸ ਸੀਡਸ ਲੈਣੇ ਆ, ਉਹਦਾ ਤੁਸੀਂ ਅੱਧਾ ਚਮਚ ਦਿਨ ਦੇ ਵਿੱਚ 3 ਵਾਰੀ ਯੂਜ਼ ਕਰੋ। ਚਾਹੇ ਉਹ ਤੁਸੀਂ ਚਪਾਤੀ ਬਣਾਉਂਦੇ ਪਏ ਆਪਣੀ, ਉਹਦੇ ਵਿੱਚ ਫਲੈਕਸ ਸੀਡਸ ਲਗਾ ਲਓ। ਜਿੱਦਾਂ ਆਪਾਂ ਕਹਿ ਦਈਏ ਨਮਕ ਪਾਉਂਦੇ ਆਪਾਂ ਚਪਾਤੀ ਬਣਾਉਣ ਲਈ, ਨਮਕ ਮਿਰਚ ਵਾਲੀ ਪਰੌਂਠੀ ਬਣਾਉਂਦੇ ਆ, ਉਹਦੇ 'ਚ ਅਲਸੀ ਵੀ ਪਾ ਲਓ ਥੋੜ੍ਹੀ ਜਿਹੀ, ਉਹਦੀ ਪਰੌਂਠੀ ਬਣਾ ਕੇ ਖਾ ਲਓ। ਕਿਸੇ ਨਾ ਕਿਸੇ ਤਰੀਕੇ ਤੁਹਾਡੇ ਅੰਦਰ ਜਾਵੇ ਅਲਸੀ, ਹੈ ਨਾ। ਹੁਣ ਇਹ ਹੋ ਗਿਆ। ਉਸ ਤੋਂ ਬਾਅਦ ਸਿਟਰਸ ਫੂਡਸ, ਵਿਟਾਮਿਨ C ਆਪਾਂ ਸੀਰਮ ਫੇਸ ਤੇ ਲਗਾਉਂਦੇ ਆ, ਤੇ ਬਟ ਵਿਟਾਮਿਨ C ਆਪਾਂ ਖਾਣਾ ਵੀ ਤਾਂ ਹੈਗਾ। ਜਿੰਨੇ ਔਰੰਜਿਸ ਹੋ ਗਏ, ਉਸ ਤੋਂ ਬਾਅਦ ਨਿੰਬੂ ਹੋ ਗਿਆ, ਨਿੰਬੂ ਪਾਣੀ ਪੀਓ, ਮਿੱਠਾ ਨਾ ਪਾਓ ਵਿੱਚ। ਤੁਹਾਨੂੰ ਤੁਸੀਂ ਚਾਹੁੰਦੇ ਕਿ ਸ਼ੂਗਰ ਨਹੀਂ ਚਾਹੀਦੀ, ਸ਼ੂਗਰ ਨਾ ਪਾਓ, ਤੁਸੀਂ ਨਿੰਬੂ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਇੱਦਾਂ ਪੀ ਲਓ, ਤੁਹਾਡਾ ਵਿਟਾਮਿਨ C ਪੂਰਾ ਹੋ ਜਾਏਗਾ। ਉਸ ਤੋਂ ਬਾਅਦ ਨਟਸ ਦੇ ਵਿੱਚ ਬਦਾਮ ਬਹੁਤ ਜ਼ਿਆਦਾ ਜ਼ਰੂਰੀ ਆ। ਉਸ ਤੋਂ ਬਾਅਦ ਵਾਲਨਟਸ, ਤੁਹਾਨੂੰ ਅਖਰੋਟ ਬਹੁਤ ਜ਼ਿਆਦਾ ਜ਼ਰੂਰੀ ਆ। ਅਖਰੋਟ ਤੋਂ ਕੀ ਮਿਲੇਗਾ? ਤੁਹਾਨੂੰ ਓਮੇਗਾ ਮਿਲੂਗੇ। ਓਮੇਗਾ ਵੀ ਐਂਟੀਆਕਸੀਡੈਂਟਸ ਦਾ ਕੰਮ ਕਰਦੇ ਪਏ ਆ। ਹੁਣ ਇਹਦੇ 'ਚ 4-5 ਚੀਜ਼ਾਂ ਹੋ ਗਈਆਂ। ਸੈਲਡਸ ਹੋ ਗਿਆ ਤੁਹਾਡਾ, ਜਿਹੜਾ ਤੁਸੀਂ ਹੈਲਦੀ ਸੈਲਡ ਖਾ ਰਹੇ ਹੋ, ਉਹਦੇ ਵਿੱਚ ਤੁਹਾਡਾ ਟਮਾਟਰ ਹੋ ਗਿਆ, ਤੁਹਾਡੇ ਲੀਫੀ ਵੈਜੀਟੇਬਲਸ ਕੋਈ ਵੀ ਹੋ ਗਏ, ਗਾਜਰ ਹੋ ਗਈ, ਖੀਰਾ ਹੋ ਗਿਆ। ਉਸ ਤੋਂ ਬਾਅਦ ਔਰੰਜਿਸ ਹੋ ਗਏ, ਜਿਹਦੇ 'ਚੋਂ ਵਿਟਾਮਿਨ C ਤੁਹਾਨੂੰ ਮਿਲੇਗਾ। ਉਸ ਤੋਂ ਬਾਅਦ ਐਂਟੀਆਕਸੀਡੈਂਟਸ ਹੋ ਗਏ, ਜਿਹੜੇ ਤੁਹਾਨੂੰ ਮੈਂ ਸਮਝਾ ਦਿੱਤੇ ਆ। ਥਰਡ ਹੋ ਗਿਆ, ਜੇ ਤੁਸੀਂ ਇਸ ਤੋਂ ਇਲਾਵਾ ਖਾ ਸਕਦੇ ਹੋ ਤੇ ਫਿਸ਼ ਖਾਓ,
ਅੱਛਾ। ਫਿਸ਼ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਆਪਾਂ ਨੂੰ ਚੀਜ਼ਾਂ ਮਿਲਦੀਆਂ ਜਿਹੜੀਆਂ ਸਾਡੇ ਬੋਡੀ ਨੂੰ ਹਮੇਸ਼ਾ ਗਲੋ ਰੱਖਦੀਆਂ। ਠੀਕ ਆ। ਉਸ ਤੋਂ ਬਾਅਦ ਦੁੱਧ, ਦਹੀਂ, ਪ੍ਰੀਬਾਇਓਟਿਕਸ ਐਂਡ ਪ੍ਰੋਬਾਇਓਟਿਕਸ ਸਾਨੂੰ ਦਹੀਂ ਤੋਂ ਮਿਲਦੇ ਆ। ਉਹ ਸਾਡੀ ਗਟ ਹੈਲਥ ਵਧੀਆ ਰੱਖਦੇ ਆ। ਜਿੰਨੀ ਗਟ ਹੈਲਥ ਵਧੀਆ ਰਹੇਗੀ ਉਨਾ ਜ਼ਿਆਦਾ ਤੁਹਾਡੇ ਫੇਸ ਤੇ ਗਲੋ ਰਹੇਗਾ, ਉਨੀ ਜ਼ਿਆਦਾ ਪਿਗਮੈਂਟੇਸ਼ਨ ਕਦੀ ਨਹੀਂ ਹੋਏਗੀ ਜੀ। ਕਿਸੇ ਵੀ ਤਰ੍ਹਾਂ ਦੀ ਬੋਡੀ ਤੇ ਪਿਗਮੈਂਟੇਸ਼ਨ ਨਹੀਂ ਹੋਏਗੀ ਜਿੰਨਾ ਤੁਸੀਂ ਅੱਛਾ ਖਾਣਾ ਖਾਓਗੇ। ਇਹ ਚੀਜ਼ਾਂ ਕੀ ਆ, ਇੱਕ ਐਂਟੀ ਏਜਿੰਗ ਦਾ ਕੰਮ ਵੀ ਕਰਦੀਆਂ ਪਈਆਂ। ਜਿੰਨਾ ਐਂਟੀ ਏਜਿੰਗ ਦਾ ਇਹ ਚੀਜ਼ਾਂ ਕੰਮ ਕਰੂਗੀਆਂ ਉਨਾ ਜ਼ਿਆਦਾ ਤੁਹਾਡਾ ਫੇਸ ਗਲੋ ਕਰੇਗਾ। 10 ਬੰਦਿਆਂ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪਿਗਮੈਂਟੇਸ਼ਨ ਨਹੀਂ ਹੈਗੀ, ਛਾਈਆਂ ਦੀ ਪ੍ਰੋਬਲਮ ਨਹੀਂ ਹੈਗੀ। ਤੁਸੀਂ ਉਹਨਾਂ ਨੂੰ ਦੇਖੋਗੇ, ਉਹਨਾਂ ਦੇ ਵਿੱਚ ਕਹਿ ਦਈਏ 10 ਬੰਦਿਆਂ ਵਿੱਚ ਬੈਠੇ ਤੁਹਾਡੇ ਆਪਣੇ ਆਪ ਕਦਰ ਹੋਏਗੀ। ਰਾਈਟ, ਬਿਲਕੁਲ ਸਹੀ ਗੱਲ ਹੈ। ਤੁਸੀਂ ਹੀਨ ਭਾਵਨਾ ਹੋਏਗੀ, ਮੇਰਾ ਫੇਸ ਖਰਾਬ ਹੋ ਗਿਆ, ਮੈਨੂੰ ਛਾਈਆਂ ਹੋ ਗਈ, ਮੈਂ ਆਹ ਕੀ ਕਰਾਂ, ਮੈਂ ਉਹ ਕੀ ਕਰਾਂ। ਇਹਦੇ ਨਾਲੋਂ ਤੁਸੀਂ ਜਿਹੜੀ ਤੁਸੀਂ ਗੱਲ ਉੱਥੇ ਕਰਨ ਚੱਲੇ ਆ, ਤੁਹਾਡੇ 'ਚ ਆਪਣਾ ਕੌਨਫੀਡੈਂਸ ਹੋਏਗਾ ਕਿ ਮੈਂ ਠੀਕ ਹਾਂ ਬਿਲਕੁਲ, ਮੈਨੂੰ ਔਰ ਵੈਸੇ ਵੀ ਇਦਾਂ ਹੁੰਦਾ ਨਾ ਕਿ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਇਦਾਂ ਦੀ ਦਿੱਕਤ ਆ ਜਾਂਦੀ ਹੈ, ਫਿਰ ਹਰ ਕੋਈ ਆ ਕੇ ਪੁੱਛਦਾ ਹੈ ਕਿ ਇਹ ਕਿਉਂ ਹੋ ਗਿਆ, ਹੈ ਨਾ। ਤੇ ਉਹ ਚੀਜ਼ ਜਿਹੜੀ ਹੈ ਹੋਰ ਸਟ੍ਰੈਸ ਫੈਕਟਰ ਵੱਧ। ਲੇਡੀਜ਼ ਦੇ ਵਿੱਚ ਸਟ੍ਰੈਸ ਫੈਕਟਰ ਕਰਕੇ ਹੀ ਲੇਡੀਜ਼ ਕੀ ਕਰਦੀਆਂ, ਕਦੀ YouTube ਤੋਂ 2-3 ਚੀਜ਼ਾਂ ਸਰਚ ਕੀਤੀਆਂ, 1 ਮਹੀਨਾ ਉਹ ਯੂਜ਼ ਕਰ ਲਿਆ, ਫਿਰ ਕੋਈ ਮਾਰਕੀਟ ਤੋਂ ਪ੍ਰੋਡਕਟ ਲਿਆਂਦਾ ਉਹ ਯੂਜ਼ ਕਰ ਲਿਆ, ਫਿਰ ਕੈਮਿਸਟ ਨੇ ਕੋਈ ਮੈਡੀਸਨ ਦੇ ਦਿੱਤੀ, ਤੁਸੀਂ ਆਹ ਕਰੀਮ ਲਗਾ ਕੇ ਦੇਖ ਲਓ, ਉਹ ਫਰਕ। ਕਈ ਕਰੀਮਾਂ ਇਦਾਂ ਦੀਆਂ ਜਿਹੜੀਆਂ ਤੁਸੀਂ ਸਿਰਫ ਛਾਈਆਂ ਤੇ ਰਾਤ ਨੂੰ ਲਗਾ ਸਕਦੇ ਹੋ, ਬਾਈ ਚਾਂਸ ਲਗਾ ਕੇ ਤੁਸੀਂ ਸਵੇਰੇ ਨਿਕਲ ਜਾਓ ਧੁੱਪ ਨਾਲ, ਉਹ ਪਰਮਾਨੈਂਟ ਡੈਮੇਜ ਹੋ ਜਾਏਗੀ ਸਕਿਨ। ਮਤਲਬ ਪਰਮਾਨੈਂਟ ਇੰਨੀ ਜ਼ਿਆਦਾ ਪਿਗਮੈਂਟੇਸ਼ਨ ਹੋਏਗੀ ਜਿਹਦਾ ਕੋਈ ਇਲਾਜ ਹੀ ਨਹੀਂ ਹੋਏਗਾ। ਅੱਛਾ ਵੈਦ ਸਾਹਿਬ, ਇੱਕ ਚੀਜ਼ ਮੈਂ ਹੁਣ ਇਹ ਜਾਣਨਾ ਚਾਹੁੰਦਾ ਕਿ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਦਾ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਪਿਗਮੈਂਟੇਸ਼ਨ ਦੀ, ਅਗਰ ਉਹ ਚਾਹੁੰਦੇ ਨੇ ਕਿ ਹੱਲ ਹੋਵੇ, ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਡਾਇਗਨੋਸ ਕਰੋਗੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਦੋਗੇ? ਔਰ ਵਿਦੇਸ਼ਾਂ ਤੋਂ ਵੀ ਲੋਕੀ ਦੇਖ ਰਹੇ ਹੋਣਗੇ ਤੁਹਾਨੂੰ, ਸੋ ਅਗਰ ਉਹਨਾਂ ਨੇ ਇਹ ਪ੍ਰੋਬਲਮ ਸੋਲਵ ਕਰਵਾਉਣੀ ਹੈ, ਕੀ ਉਹ ਆਨਲਾਈਨ ਕੰਟੈਕਟ ਕਰਕੇ WhatsApp ਦੇ ਉੱਤੇ ਪਿਕਚਰਸ ਭੇਜ ਕੇ ਜਾਂ ਕੁਝ ਕਰਕੇ ਉਹ ਆਪਣਾ ਟ੍ਰੀਟਮੈਂਟ ਲੈ ਸਕਦੇ ਨੇ? ਬਿਲਕੁਲ ਲੈ ਸਕਦੇ ਨੇ। ਇਹਦਾ ਫਿਜ਼ੀਕਲੀ ਐਗਜ਼ਾਮੀਨੇਸ਼ਨ ਵੀ ਹੋ ਜਾਂਦਾ ਜੇ ਸਾਡੇ ਕੋਲ ਪੇਸ਼ੈਂਟ ਆਵੇ। ਜੇ ਪੇਸ਼ੈਂਟ ਸਾਡੇ ਕੋਲ ਨਹੀਂ ਆ ਸਕਦਾ, ਉਹ ਮੇਰੇ WhatsApp ਨੰਬਰ ਆ 9815066471, 9814466471। ਇਸ ਨੰਬਰ ਤੇ ਆਪਣੀ ਚਿਹਰੇ ਦੀ ਪਿਕ ਭੇਜ ਸਕਦਾ। ਉਹ ਚਿਹਰੇ ਦੀ ਪਿਕ ਤੋਂ ਮੈਨੂੰ ਪਤਾ ਲੱਗ ਜਾਏਗਾ, ਜਿੱਦਾਂ ਜੇ ਬਟਰਫਲਾਈ ਆ, ਸਮਝ ਲਓ ਮੈਂ ਤੁਹਾਨੂੰ ਦੱਸਿਆ ਕਿ ਬਟਰਫਲਾਈ ਬਲੈਮਿਸ਼ਸ ਆ, ਇਹਦਾ ਮਤਲਬ ਕਿ ਉਹਨਾਂ ਨੂੰ ਕਿਤੇ ਨਾ ਕਿਤੇ PCOD ਦੀ ਪ੍ਰੋਬਲਮ ਵੀ ਹੈਗੀ ਆ, ਉਹਨਾਂ ਨੂੰ ਮੈਂਸਿਸ ਦੀ ਪ੍ਰੋਬਲਮ ਵੀ ਹੈਗੀ ਆ। ਠੀਕ ਆ। ਜੇ ਉੱਦਾਂ ਧੱਬੇ ਪੈਂਦੇ ਪਏ ਆ, ਇਹਦਾ ਮਤਲਬ ਮੈਲੈਨਿਨ ਸਕਰੀਟ ਹੋ ਕੇ ਕਿਤੇ ਨਾ ਕਿਤੇ ਜਮ੍ਹਾਂ ਹੋ ਕੇ ਬਲੈਕਨੈਸ ਕਰ ਰਿਹਾ ਹੈ। ਹਰ ਚੀਜ਼ ਦਾ ਡਾਇਗਨੋਸ ਕਰਕੇ, ਜੇ ਲੋੜ ਪਈ ਤਾਂ ਟੈਸਟ ਕਰਵਾ ਕੇ, ਮਤਲਬ ਥਾਇਰਾਇਡ ਦਾ ਟੈਸਟ, ਵਿਟਾਮਿਨ D ਦਾ ਟੈਸਟ, ਕੈਲਸ਼ੀਅਮ ਦਾ ਟੈਸਟ, HB, ਖੂਨ ਦੀ ਘਾਟ ਤਾਂ ਨਹੀਂ ਹੈਗੀ। ਸਿੰਪਲ ਇੱਕ ਕਦੀ ਪੇਸ਼ੈਂਟ ਨੂੰ ਆਇਰਨ ਦੇ ਕੇ ਹੀ ਬਲੈਮਿਸ਼ਸ ਸਹੀ ਹੋ ਜਾਂਦੀਆਂ। ਮਤਲਬ ਸਿਰਫ ਖੂਨ ਦੀ ਕਮੀ ਹੁੰਦੀ ਹੈ, ਹੋਰ ਜ਼ਿਆਦਾ ਕੁਝ ਨਹੀਂ ਹੁੰਦਾ। ਇਹ ਚੀਜ਼ਾਂ ਤੁਸੀਂ ਮੈਨੂੰ ਫੋਟੋਸ ਵਗੈਰਾ ਭੇਜ ਸਕਦੇ ਹੋ ਮੇਰੇ WhatsApp ਤੇ, ਲਿੰਕ ਕਰ ਸਕਦੇ ਹੋ, ਆਨਲਾਈਨ ਵੀ ਕਰ ਸਕਦੇ ਹੋ। ਮੇਰੇ ਕਲੀਨਿਕ ਫਗਵਾੜੇ ਆ, ਨਾਈਆਂ ਵਾਲਾ ਚੌਂਕ ਫਗਵਾੜਾ, ਤੇ ਮੈਂ ਲੁਧਿਆਣੇ 2 ਦਿਨ ਹੁੰਦਾ ਆ, ਸੋਮਵਾਰ ਤੇ ਬੁੱਧਵਾਰ। ਲੁਧਿਆਣੇ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਆ। ਠੀਕ ਹੈ। ਮੇਰੇ 2 ਨੰਬਰ ਜਿਹੜੇ ਮੈਂ ਦੱਸੇ ਉੱਤੇ ਕੰਟੈਕਟ ਕਰਕੇ ਆਨਲਾਈਨ ਆਫਲਾਈਨ ਮੇਰੇ ਕਲੀਨਿਕ ਤੇ ਆ ਕੇ ਵਿਜ਼ਿਟ ਕਰ ਸਕਦੇ ਆ, ਆਨਲਾਈਨ ਵੀ ਕਰ ਸਕਦੇ ਹੋ, ਵੀਡੀਓ ਕਾਲ ਤੇ ਵੀ ਦੱਸ ਸਕਦੇ ਹੋ, ਵੀਡੀਓ ਕਾਲ ਵੀ ਕਰ ਸਕਦੇ ਹੋ। ਤੇ ਆਪਾਂ ਪ੍ਰੋਪਰ ਵੇ ਨਾਲ ਡਾਇਗਨੋਸ ਕਰਕੇ, ਮੈਡੀਸਨ ਕਰਕੇ, ਪ੍ਰੋਪਰ ਵੇ ਨਾਲ ਤੁਹਾਡੀ ਡਾਈਟ, ਮਤਲਬ ਸਭ ਤੋਂ ਅੱਛੀ ਗੱਲ ਆ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਹੈ ਨਾ। ਮਤਲਬ ਕਿੱਦਾਂ ਤੁਸੀਂ ਬਚਾ ਸਕਦੇ ਆ ਆਪਣੇ ਆਪ ਨੂੰ, ਹੈ ਨਾ, ਉਹ ਤੁਹਾਨੂੰ ਸਾਰਾ ਸਮਝਾਇਆ ਜਾਊਗਾ। ਕਿਹੜੀ ਮੈਡੀਸਨਸ ਤੁਹਾਡੇ ਲਈ ਬੈਸਟ ਆ ਉਹ ਦੱਸੀ ਜਾਊਗੀ। ਇਹ ਸਾਰੀਆਂ ਚੀਜ਼ਾਂ ਇੱਕ ਪ੍ਰੋਪਰ ਵੇ ਨਾਲ ਡਾਇਗਨੋਸ ਕਰਨ ਤੋਂ ਬਾਅਦ ਹੀ ਤੁਹਾਨੂੰ ਮੈਡੀਸਨ ਦਿੱਤੀ ਜਾਊਗੀ, ਜਿਹਨਾਂ ਤੁਹਾਡੀਆਂ ਬਲੈਮਿਸ਼ਸ, ਛਾਈਆਂ ਬਿਲਕੁਲ ਠੀਕ ਹੋ ਜਾਊਗੀਆਂ। ਸੋ ਉਸ ਤੋਂ ਬਾਅਦ ਵੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਉਹ ਵੀ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ? ਉਹ ਇਹ ਹੋਏਗਾ ਕਿ ਹਰ ਪੇਸ਼ੈਂਟ ਸਾਡੇ ਕੋਲ ਇਹ ਪੁੱਛਦਾ, ਚਾਹੇ ਉਹ ਜਵਾਨ ਹੀ ਹੋਵੇ ਜਾਂ ਬਜ਼ੁਰਗ ਹੋਵੇ, ਸਰ ਐਂਟੀ ਏਜਿੰਗ ਲਈ ਆਪਾਂ ਕਿਹੜਾ ਕੋਈ ਰਸਾਇਣ ਲੈ ਸਕਦੇ ਹਾਂ ਜਾਂ ਕਿਹੜੀ ਆਯੁਰਵੇਦ ਮੈਡੀਸਨ ਲੈ ਸਕਦੇ ਹਾਂ ਕਿ ਜਿਹੜੇ ਸਾਨੂੰ ਬੁਢਾਪਾ ਆਵੇ ਨਾ, ਕਿਉਂ ਬੁਢਾਪਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਇਹ ਤਾਂ ਜਵਾਨੀ ਸਾਰਿਆਂ ਨੂੰ ਸੋਹਣੀ ਲੱਗਦੀ ਹੈ। ਇਹ ਤਾਂ ਆਮ ਤੌਰ ਦੇ ਉੱਤੇ ਗੱਲ ਹੋ ਗਈ। ਲੋਕੀ ਹੁਣ ਦੇਖਦੇ ਨੇ ਕਿ ਫਿਲਮ ਸਟਾਰਸ ਨੇ ਜੀ, ਉਹ ਵਧੀਆ ਦਿਖਦੇ ਰਹਿੰਦੇ ਨੇ, ਕਾਫੀ ਉਮਰ ਤੋਂ ਬਾਅਦ ਵੀ ਉਵੇਂ ਦਿਖਦੇ ਨੇ, ਅਸੀਂ ਵੀ ਉਵੇਂ ਆਪਣਾ ਖਿਆਲ ਰੱਖੀਏ, ਅਸੀਂ ਵੀ ਉਵੇਂ ਦਿਖੀਏ। ਸੋ ਐਂਟੀ ਏਜਿੰਗ ਦੇ ਲਈ ਕੀ ਸੁਜੈਸਟ ਕਰਦੇ ਹੋ? ਐਂਟੀ ਏਜਿੰਗ ਲਈ ਸਰ ਸਭ ਤੋਂ ਜ਼ਿਆਦਾ ਅੱਛਾ ਹੈ ਯੋਗਾ, ਬ੍ਰੀਥਿੰਗ ਐਕਸਰਸਾਈਜ਼, ਅਨੁਲੋਮ ਵਿਲੋਮ ਜਿਹੜਾ ਅਸੀਂ ਕਰਦੇ ਹਾਂ। ਉਹਨਾਂ ਕੀ ਬੋਡੀ 'ਚ ਆਕਸੀਜਨ ਜਾਏਗੀ, ਜਿੰਨੀ ਆਕਸੀਜਨ ਜਾਏਗੀ ਉਨੀ ਜ਼ਿਆਦਾ ਬੋਡੀ ਦੇ ਵਿੱਚੋਂ ਡਿਟੌਕਸੀਫਿਕੇਸ਼ਨ ਹੋਏਗੀ। ਠੀਕ ਹੈ ਜੀ। ਸਾਡਾ ਫੇਸ ਗਲੋ ਕਰੇਗਾ। ਤੁਸੀਂ ਬ੍ਰੀਥਿੰਗ ਐਕਸਰਸਾਈਜ਼ ਕਰੋ, ਯੋਗਾ ਕਰੋ। ਉਸ ਤੋਂ ਬਾਅਦ ਘੱਟੋ ਘੱਟ ਦਿਨ ਦੇ ਵਿੱਚ 2 ਤੋਂ 3 ਲੀਟਰ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਹੈਲਦੀ ਸੈਲਡ ਦੇ ਵਿੱਚ ਹਰ ਚੀਜ਼ ਆਏਗੀ। ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਣ ਲੱਗਾ, ਤੁਸੀਂ ਇੱਕ ਸ਼ਿਮਲਾ ਮਿਰਚ ਖਾਂਦੇ ਹੋ, ਇੱਕ ਸ਼ਿਮਲਾ ਮਿਰਚ ਹਰੀ ਆਉਂਦੀ ਹੈ, ਇੱਕ ਯੈਲੋ ਵੀ ਆਉਂਦੀ ਹੈ। ਸ਼ਿਮਲਾ ਮਿਰਚ ਦੀ 3-4 ਵੈਰਾਈਟੀਜ਼ ਆਉਣ ਲੱਗ ਪਈਆਂ, ਰੈੱਡ ਵੀ ਆਉਂਦੀ ਹੈ। ਤੁਸੀਂ ਜੇ ਘਰ ਦੇ ਵਿੱਚ ਆਲੂ ਸ਼ਿਮਲਾ ਮਿਰਚ ਬਣਾਉਂਦੇ ਪਿਓ ਤੇ ਤੁਸੀਂ ਕੋਸ਼ਿਸ਼ ਕਰੋ ਤਿੰਨੇ ਸ਼ਿਮਲਾ ਮਿਰਚ ਇਕੱਠੀਆਂ ਕਰਕੇ ਬਣਾਓ, ਤਾਂ ਕਿ ਤੁਹਾਨੂੰ ਜਿਹੜੀ ਚੀਜ਼ ਹਰ ਇੱਕ ਦੇ ਵਿੱਚ ਅਲੱਗ-ਅਲੱਗ ਤੁਹਾਨੂੰ ਨਿਊਟ੍ਰੀਐਂਟ ਮਿਲ ਰਿਹਾ। ਪਰ ਉਹ ਵੀ ਆਈ ਥਿੰਕ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਪਕਾ ਰਹੇ ਹੋ, ਕਿਉਂਕਿ ਬਹੁਤ ਜ਼ਿਆਦਾ ਪਕਾਉਣ ਦੇ ਨਾਲ ਵੀ ਉਹਨਾਂ ਬਿਲਕੁਲ ਉਹ
ਪ੍ਰੋਪਰ ਇੱਕ ਅਲੱਗ ਵਿਸ਼ਾ ਹੋ ਜਾਂਦਾ, ਉਹਦੇ ਉੱਤੇ ਆਪਾਂ ਅਗਲੀ ਵਾਰੀ ਸਾਰੀ ਡਿਸਕਸ ਕਰਾਂਗੇ, ਠੀਕ ਹੈ। ਹੁਣ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਲੀਫੀ ਵੈਜੀਟੇਬਲਸ ਖਾਂਦੇ ਪਏ ਹੋ, ਇੱਕ ਇਹਦੇ ਚ ਪੁਆਇੰਟ ਮਿਸ ਹੋ ਗਿਆ ਕੋਲਾਜਨ ਦਾ। ਮਤਲਬ ਕੋਲਾਜਨ ਸਾਡੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਸਾਡੀ ਗਟ ਹੈਲਥ ਲਈ ਚਾਹੀਦਾ ਆ। ਮਤਲਬ ਕਿ ਤੁਹਾਡਾ ਜੇਕਰ ਪੇਟ ਅੱਛਾ ਰਹੇਗਾ, ਲੀਵਰ ਪ੍ਰੋਪਰ ਵੇ ਨਾਲ ਕੰਮ ਕਰੇਗਾ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ। ਕੋਲਾਜਨ ਤੁਹਾਨੂੰ ਕਿੱਥੋਂ ਮਿਲਦਾ? ਲੀਫੀ ਵੈਜੀਟੇਬਲਸ ਤੋਂ, ਜਿੰਨੀਆਂ ਹਰੀ ਸਬਜ਼ੀਆਂ ਆ ਗਈਆਂ। ਹੁਣ ਤੁਸੀਂ ਦੇਖਿਓ ਕਿ ਸਰਦੀਆਂ ਸ਼ੁਰੂ ਹੋ ਗਈਆਂ, ਬਰਸਾਤ ਦਾ ਮੌਸਮ ਖਤਮ ਹੋ ਗਿਆ ਨਾ। ਬਰਸਾਤ ਦੇ ਮੌਸਮ ਤੋਂ ਬਾਅਦ ਜਦੋਂ ਸਰਦੀਆਂ ਸ਼ੁਰੂ ਹੋ ਗਈਆਂ, ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਅੱਛੀ ਸਬਜ਼ੀਆਂ ਆ ਜਾਊਗੀਆਂ। ਉਹ ਤੁਸੀਂ ਸਾਰੀਆਂ ਹਰੀ ਸਬਜ਼ੀਆਂ ਦਾ ਆਪਣੇ 7 ਦਿਨ ਦਾ ਇੱਕ ਰਿਕਾਰਡ ਬਣਾਓ, ਮੈਂ ਇੱਕ ਦਿਨ ਆਹ ਸਬਜ਼ੀ ਖਾਣੀ, ਇੱਕ ਦਿਨ ਆਹ ਸਬਜ਼ੀ ਖਾਣਾ। ਤੁਸੀਂ ਗ੍ਰੀਨ ਵੈਜੀਟੇਬਲਸ ਜਿੰਨੇ ਜ਼ਿਆਦਾ ਖਾਓਗੇ ਉਨਾ ਜ਼ਿਆਦਾ ਫੇਸ ਤੇ ਗਲੋ ਰਹੇਗਾ। ਉਸ ਤੋਂ ਬਾਅਦ ਆ ਗਿਆ ਹਲਦੀ ਵਾਲਾ ਦੁੱਧ, ਟਰਮਿਕ, ਜਿੱਦਾਂ ਗੋਲਡਨ ਮਿਲਕ ਜਿਹਨੂੰ ਆਪਾਂ ਕਹਿ ਦਿੰਦੇ ਆ। ਤੁਸੀਂ ਜੇ ਹਲਦੀ ਵਾਲਾ ਦੁੱਧ ਲਓਗੇ, ਹਲਦੀ ਇੱਕ ਐਂਟੀ ਅਲਰਜਿਕ ਆ। ਕੋਈ ਵੀ ਪ੍ਰੋਡਕਟ, ਚਾਹੇ ਉਹ ਮਿੱਟੀ ਤੋਂ ਤੁਹਾਨੂੰ ਅਲਰਜੀ ਆ, ਡਸਟ ਪਾਰਟੀਕਲ ਤੋਂ ਅਲਰਜੀ ਆ, ਉਹ ਹਲਦੀ ਤੁਹਾਡਾ ਕਵਰ ਕਰੇਗੀ। ਓਕੇ, ਠੀਕ ਆ ਜੀ। ਉਸ ਤੋਂ ਬਾਅਦ ਆ ਗਿਆ ਸਰਦੀਆਂ ਦੇ ਵਿੱਚ ਚਵਨਪ੍ਰਾਸ਼, ਇੱਕ ਸਭ ਤੋਂ ਬੈਸਟ ਇਮਿਊਨਿਟੀ ਬੂਸਟਰ ਆਯੁਰਵੇਦ ਦੇ ਵਿੱਚ ਰਸਾਇਣ ਚਵਨਪ੍ਰਾਸ਼ ਆ। ਚਾਹੇ ਉਹ ਲੇਡੀਜ਼ ਹੋਵੇ, ਚਾਹੇ ਉਹ ਜੈਂਟਸ ਹੋਵੇ, ਚਾਹੇ ਉਹ ਬੱਚਾ ਹੋਵੇ, ਡੋਜ਼ ਦੇ ਹਿਸਾਬ ਨਾਲ ਚਵਨਪ੍ਰਾਸ਼ ਡੇਲੀ ਖਾਣਾ ਸ਼ੁਰੂ ਕਰ ਦਿਓ, ਤੁਸੀਂ ਕਦੀ ਬਜ਼ੁਰਗ ਨਹੀਂ ਹੋਵੋਗੇ। ਸਿੰਪਲ ਚਵਨਪ੍ਰਾਸ਼ ਹੀ ਖਾਓ। ਇਹ ਸਾਡੇ ਰਿਸ਼ੀਆਂ ਦੀ ਦੇਣ ਆ, ਆਚਾਰਿਆ ਚਮਨ ਰਿਸ਼ੀ, ਜਿਨ੍ਹਾਂ ਨੇ ਚਵਨਪ੍ਰਾਸ਼, ਜਿਨ੍ਹਾਂ ਤੋਂ ਨਾਮ ਅਸੀਂ ਉਹਨਾਂ ਨੂੰ ਅੱਜ ਵੀ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਇੰਨਾ ਵਧੀਆ ਰਸਾਇਣ ਦਿੱਤਾ ਸਾਨੂੰ। ਚਵਨਪ੍ਰਾਸ਼ ਡੇਲੀ ਖਾਣਾ ਚਾਹੀਦਾ। ਉਸ ਤੋਂ ਬਾਅਦ ਜਿਹੜੇ ਐਂਟੀਆਕਸੀਡੈਂਟਸ ਹੋ ਗਏ, ਹੈਲਦੀ ਫੈਟ ਹੋ ਗਈ, ਹੈਲਦੀ ਪ੍ਰੋਟੀਨਸ ਹੋ ਗਏ। ਪ੍ਰੋਟੀਨਸ ਬੋਡੀ ਲਈ ਬਹੁਤ ਜ਼ਰੂਰੀ ਆ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਜਿਹੜੀਆਂ ਕੁੜੀਆਂ ਅੱਜ ਕੱਲ੍ਹ ਜਿਮ ਜਾ ਕੇ ਵੇਟ ਰਿਡਿਊਸ ਕਰਨ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਚਪਾਤੀ ਖਾਂਦੀਆਂ, ਮਤਲਬ ਦਿਨ ਦੇ ਵਿੱਚ ਸਾਰੀ ਡਾਈਟ ਪ੍ਰੋਪਰ ਛੱਡ ਦਿੰਦੀਆਂ, ਔਰ ਫੈਟ ਬਰਨਰ ਖਾਣ ਲੱਗ ਪੈਂਦੀਆਂ। ਉਹਨਾਂ ਕੁੜੀਆਂ ਨੂੰ ਦੱਸਣਾ ਚਾਹੂੰਗਾ ਕਿ ਆਉਣ ਵਾਲੀ ਲਾਈਫ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ। ਹੁਣ ਤੁਹਾਨੂੰ ਲੱਗਦਾ ਪਿਆ ਕਿ ਅਸੀਂ ਵੇਟ ਰਿਡਿਊਸ ਕਰਕੇ ਬਹੁਤ ਅੱਛੇ ਫੀਲ ਕਰ ਰਹੇ ਹਾਂ, ਬਟ ਤੁਸੀਂ ਦੇਖੋਗੇ ਕਿ 30 ਜਾਂ 40 ਤੋਂ ਬਾਅਦ ਤੁਹਾਨੂੰ ਪੇਨ ਦੀਆਂ ਪ੍ਰੋਬਲਮਸ, ਬਹੁਤ ਪੇਨ, ਦਰਦ, ਬੋਡੀ ਦੇ ਵਿੱਚ ਦਰਦਾਂ ਉਹ ਰਹਿਣ ਲੱਗ ਪਊਗੀਆਂ, ਬਲੈਮਿਸ਼ਿਸ ਆ ਜਾਊਗੀਆਂ, ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਲੇਡੀਜ਼ ਨੂੰ ਆ ਜਾਂਦੀਆਂ। ਇਸ ਲਈ ਆਪਣੀ ਗਟ ਹੈਲਥ ਵਧੀਆ ਰੱਖੋ, ਡਾਈਟ ਵਧੀਆ ਰੱਖੋ, ਖਾਣ ਪੀਣ ਸੋਹਣਾ ਰੱਖੋ। ਦੁੱਧ, ਦਹੀਂ ਹੋਰ ਪਨੀਰ ਇਹ ਆਪਣੀ ਡਾਈਟ ਦੇ ਵਿੱਚ ਵਧਾਓ, ਤਾਂ ਕਿ ਤੁਹਾਡੀ ਬੋਡੀ ਬਿਲਕੁਲ ਫਿਟ ਐਂਡ ਫਾਈਨ ਹੋ ਜਾਵੇ, ਕਿਸੇ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਨਾ ਆਵੇ। ਲੋਕੀ ਦੂਰੋਂ ਕਹਿਣ, ਦੇਖੋ ਜੀ ਉਹਨਾਂ ਦੇ ਫੇਸ ਤੇ ਗਲੋ ਕਿੰਨਾ ਹੈ। ਉਹ ਫੇਸ ਤੇ ਗਲੋ ਕਿਉਂ ਆਏਗਾ? ਜੋ ਤੁਸੀਂ ਖਾਓਗੇ ਉਹੀ ਤੁਹਾਡੇ ਚਿਹਰੇ ਤੋਂ ਪਤਾ ਲੱਗੇਗਾ। ਅੱਛਾ ਵੈਦ ਸਾਹਿਬ, ਹੁਣ ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਔਨ YouTube ਮਿਲ ਜਾਂਦੀ ਹੈ, ਆਨਲਾਈਨ ਮਿਲ ਜਾਂਦੀ ਹੈ, ਤਾਂ ਇਹ ਵੀ ਕਿਹਾ ਜਾਂਦਾ, ਤੁਸੀਂ ਕੋਲਾਜਨ ਦੀ ਗੱਲ ਕੀਤੀ ਹੈ ਕਿ ਇਹ ਅਗਰ ਘਟ ਜਾਵੇ ਤਾਂ ਇਹ ਦੁਬਾਰਾ ਰਿਕਵਰ ਨਹੀਂ ਹੋ ਸਕਦਾ। ਇਹ ਕਿੰਨਾ ਕੁ ਟਰੂ ਹੈ? ਦੇਖੋ ਕੋਲਾਜਨ ਤਾਂ ਜੇ ਘਟ ਜਾਵੇ ਰਿਕਵਰ ਕਿਉਂ ਨਹੀਂ ਹੋ ਸਕਦਾ? ਤੁਸੀਂ ਲੀਫੀ ਵੈਜੀਟੇਬਲਸ, ਮੈਂ ਹੁਣੇ ਤੁਹਾਨੂੰ ਦੱਸਿਆ, ਤੁਸੀਂ ਖਾਣੀਆਂ ਸਟਾਰਟ ਕਰ ਦਿਓ, ਤੁਹਾਨੂੰ ਮਿਲਣਾ ਸਟਾਰਟ ਹੋ ਜਾਏਗਾ ਰਿਕਵਰ। ਬਿਲਕੁਲ। ਤੁਸੀਂ ਜਿੰਨੀਆਂ ਪਾਲਕ ਹੋ ਗਈ ਜਾਂ ਬਾਕੀ ਜਿੰਨੀਆਂ ਹਰੀ ਸਬਜ਼ੀਆਂ ਆ, ਤੁਸੀਂ ਡੇਲੀ ਰੂਟੀਨ ਦੇ ਵਿੱਚ ਖਾਓ। ਇੱਕ ਟਾਈਮ ਤੁਸੀਂ ਸਬਜ਼ੀ ਜ਼ਰੂਰ ਖਾਓ ਘਰ ਦੇ ਵਿੱਚ ਆਪਣੇ, ਤੇ ਆਪਣੇ ਆਪ ਕਵਰ ਹੋਏਗਾ ਤੁਹਾਨੂੰ ਸਭ ਕੁਝ। ਸਾਡੀ ਕੁਦਰਤ ਦੀ ਦੇਣ ਆ, ਸਾਨੂੰ ਰੱਬ ਨੇ ਸਾਰਾ ਕੁਝ ਦਿੱਤਾ ਆ, ਬਸ ਆਪਾਂ ਉਹ ਤੋਂ ਦੂਰ ਹੋ ਰਹੇ ਹਾਂ। ਅਸੀਂ ਕੀ ਕਰ ਰਹੇ ਹਾਂ? ਸਾਨੂੰ ਬੇਕਰੀ ਪ੍ਰੋਡਕਟਸ ਵਧੀਆ ਰਹੇ ਆ, ਸਾਨੂੰ ਪਾਸਤਾ ਵਧੀਆ ਲੱਗ ਰਿਹਾ ਆ, ਸਾਨੂੰ ਜੰਕ ਫੂਡ ਵਧੀਆ ਲੱਗ ਰਿਹਾ, ਖਾਣ ਪੀਣ ਨੂੰ ਵਧੀਆ ਲੱਗ ਰਿਹਾ, ਬਟ ਉਹ ਸਾਡੀ ਬੋਡੀ ਨੂੰ ਨੁਕਸਾਨ ਕਰ ਰਿਹਾ। ਇਹ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਉਹ ਚੀਜ਼ਾਂ ਲੈਣੀਆਂ ਚਾਹੀਦੀਆਂ, ਹੈਲਦੀ ਫੂਡ ਲੈਣਾ ਚਾਹੀਦਾ, ਜਿਹਦੇ ਨਾਲ ਫੇਸ ਤੇ ਗਲੋ ਆਵੇ। ਵੈਦ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਔਰ ਬੜੀ ਡਿਟੇਲ ਦੇ ਵਿੱਚ ਇਸ ਗੱਲ ਨੂੰ ਦਰਸ਼ਕਾਂ ਨੂੰ ਦੱਸਿਆ। ਮੇਰੇ ਖਿਆਲ ਨਾਲ ਕਾਫੀ ਹੱਦ ਤੱਕ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ, ਪਰ ਜੇਕਰ ਫਿਰ ਵੀ ਕੁਝ ਰਹਿੰਦਾ ਹੋਵੇ ਤਾਂ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਵੈਦ ਸਾਹਿਬ ਦੇ ਨਾਲ। ਡਾਇਰੈਕਟ ਸਕਰੀਨ ਦੇ ਉੱਤੇ ਨੰਬਰ ਆ ਰਿਹਾ। ਇਸ ਤੋਂ ਇਲਾਵਾ ਕੁਝ ਕਹਿਣਾ ਚਾਹੋ? ਮੈਂ 2-3 ਬਲੈਮਿਸ਼ਸ ਦੇ ਘਰੇਲੂ ਉਪਚਾਰ ਦੱਸੂਗਾ ਜੀ। ਉਹਦੇ ਵਿੱਚ ਘਰੇਲੂ ਉਪਚਾਰ ਕੀ ਆ? ਤੁਸੀਂ ਇੱਕ ਚੰਦਨ ਲੈ ਲਓ, ਚੰਦਨ ਥੋੜਾ ਪਾਊਡਰ ਲੈ ਲਓ, ਧਨੀਆ ਪਾਊਡਰ ਲੈ ਲਓ, ਇਹਦੇ ਵਿੱਚ ਦੁੱਧ ਮਿਕਸ ਕਰੋ। ਕੋਈ ਵੀ ਤੁਹਾਡੀ ਨਾ ਕਿਸੇ ਵੀ ਤਰ੍ਹਾਂ ਦੀ ਸੈਂਸਿਟੀਵਿਟੀ ਹੋਵੇ, ਇਹ ਆਯੁਰਵੈਦਿਕ ਮੈਡੀਸਨ ਆ, ਕੋਈ ਸਾਈਡ ਇਫੈਕਟ ਨਹੀਂ ਹੋਏਗਾ। ਇਹਨੂੰ ਮਿਕਸ ਕਰਕੇ ਆਪਣੇ ਫੇਸ ਤੇ ਲਗਾਓ, ਬਲੈਮਿਸ਼ਸ ਤੇ ਰਿਜ਼ਲਟ ਮਿਲੇਗਾ। ਸੈਕਿੰਡ, ਤੁਸੀਂ ਚੰਦਨ ਦੇ ਨਾਲ ਨਿੰਮ ਲੈ ਸਕਦੇ ਆ, ਨਿੰਮ ਦੀ ਪੇਸਟ ਬਣਾ ਕੇ ਲਾ ਸਕਦੇ ਆ, ਉਹ 'ਚ ਬੜਾ ਅੱਛਾ ਤੁਹਾਨੂੰ ਰਿਜ਼ਲਟ ਮਿਲੇਗਾ। ਔਰ ਥਰਡ, ਚਵਨਪ੍ਰਾਸ਼। ਇਹ 3 ਚੀਜ਼ਾਂ ਲੈਣੀਆਂ ਸਟਾਰਟ ਕਰ ਦਿਓ, ਬਲੈਮਿਸ਼ਸ ਦੇ ਰਿਜ਼ਲਟ ਮਿਲੇਗਾ। ਜੇ ਤਦ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਫਿਰ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਆ। ਸੋ ਫਿਰ ਤੁਹਾਡੇ ਕੋਲ ਸਕਰੀਨ ਦੇ ਉੱਤੇ ਨੰਬਰ ਹੈਗੇ ਨੇ, ਤੁਸੀਂ ਵੈਦ ਸਾਹਿਬ ਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਰੋਂਗ ਇਨਫੋਰਮੇਸ਼ਨਸ ਲੈਣ ਦੀ ਬਜਾਏ, ਰੋਂਗ ਇਨਫੋਰਮੇਸ਼ਨ ਉਦੋਂ ਹੀ ਹੋ ਜਾਂਦੀ ਹੈ, ਇਨਫੋਰਮੇਸ਼ਨ ਕਦੀ ਰੋਂਗ ਨਹੀਂ ਹੁੰਦੀ, ਬਟ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਇਹ ਸਮਝਣਾ ਜ਼ਰੂਰੀ ਹੈ। ਇਹ ਡਾਇਗਨੋਸ ਤੋਂ ਬਾਅਦ ਪਤਾ ਲੱਗ ਸਕਦਾ ਹੈ। ਸੋ ਹੋ ਸਕਦਾ ਹੈ ਜਿਹੜੀ ਇਨਫੋਰਮੇਸ਼ਨ ਤੁਸੀਂ ਕਲੈਕਟ ਕਰਕੇ ਉਸ ਨੂੰ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਹਾਡੇ ਲਈ ਨਾ ਹੋਵੇ। ਸੋ ਇਸ ਲਈ ਆਪਣੇ ਪਹਿਲਾਂ ਡਾਇਗਨੋਸ ਕਰਵਾਓ, ਉਸ ਤੋਂ ਬਾਅਦ ਜਿਹੜਾ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ। ਸੋ ਵੈਦ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ ਇੱਕ ਵਾਰੀ ਫਿਰ ਤੋਂ ਔਰ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ। ਥੈਂਕ ਯੂ। ਸੋ ਦਰਸ਼ਕਾਂ ਨੂੰ ਇਹੀ ਕਹਾਂਗੇ ਜੀ ਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੋ ਸੋਹਣੇ ਬਣੇ ਰਹਿਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਪਣਾ ਧਿਆਨ ਰੱਖੋ, ਨਾਲ ਨਾਲ ਆਪਣਿਆਂ ਦਾ ਧਿਆਨ ਰੱਖੋ, ਤੇ ਦੇਖਦੇ ਰਹੋ ਹਮਦਰਦ TV। ਸਾਨੂੰ ਦਿਓ ਇਜਾਜ਼ਤ, ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਸਤਿ ਸ਼੍ਰੀ ਅਕਾਲ।